ਵੀ ਗੱਡੀ 'ਚ ਧੂਆਂ ਹੋ ਗਿਆ, ਜਿਵੇਂ ਕੋਈ ਅੱਗ ਲੱਗ ਗਈ ਹੁੰਦੀ ਆ, ਵੀ ਇੰਨੀ ਤੇਜ਼ ਫਾਇਰਿੰਗ ਹੋਈ ਆ। ਗੋਲੀ ਬੰਦ ਹੋ ਗਈ। ਉਹ ਉੱਠਿਆ ਕਿਉਂਕਿ ਉਹ ਸੀਟਾਂ ਦੇ ਦੋਨਾਂ ਦੇ ਵਿਚਾਲੇ, ਸਿੱਧੂ ਦੇ ਤੇ ਆਪਦੀ ਸੀਟ ਦੇ ਵਿਚਾਲੇ ਡਿੱਗਿਆ ਹੋਇਆ ਸੀ। ਕਹਿੰਦਾ ਮੈਂ ਸਿਰ ਚੱਕਿਆ ਵੀ ਹੁਣ ਤਾਂ ਚਲੇ ਗਏ, ਬਟ ਜਦੋਂ ਕਹਿੰਦਾ ਮੈਂ ਵੇਖਿਆ ਸਾਹਮਣੋਂ, ਉਹ ਫੇਰ ਤੁਰੇ ਆਉਂਦੇ ਸੀ। ਗੋਲੀ ਬੰਦ ਹੋਣ ਤੋਂ ਬਾਅਦ ਫੇਰ ਆ ਕੇ ਫਾਇਰਿੰਗ ਕਰਕੇ ਤਸੱਲੀ ਕਰਕੇ ਫੇਰ ਗਏ ਆ। ਫਾਇਰਿੰਗ ਦੀ ਗੱਲ ਕਰੀਏ ਤਾਂ ਕਿੰਨੇ ਫਾਇਰ ਦੱਸ ਰਹੇ ਨੇ ਹੋ ਕਿ ਕਿੰਨੇ ਰਾਊਂਡ ਫਾਇਰ ਹੋਏ ਨੇ? ਘੱਟੋ ਘੱਟ 30-40 ਰਾਊਂਡ ਦੱਸਦੇ ਆ। ਵੀ ਐਂ ਲੱਗਦਾ ਜੀ ਜਿਵੇਂ ਆਪਾਂ ਨਹੀਂ ਦੀਵਾਲੀ ਵੇਲੇ ਇੱਕ ਲੜੀ ਨੂੰ, ਪਟਾਕਿਆਂ ਦੀ ਨੂੰ ਇੱਕ ਲੜੀ ਨੂੰ ਨਹੀਂ ਅੱਗ ਲਾ ਦਿੰਦੇ, ਇਸ ਤਰ੍ਹਾਂ ਫਾਇਰ ਹੋਏ ਆ। ਤੁਹਾਡੀਆਂ ਕੀ ਗੱਲਾਂ ਹੋਈਆਂ ਜੇ ਪੁੱਛੀਏ ਤਾਂ? ਕਿਉਂਕਿ ਦੱਸਿਆ ਜਾ ਰਿਹਾ ਵੱਖ-ਵੱਖ ਗੱਲਾਂ ਬਣ ਰਹੀਆਂ ਨੇ, ਤੁਸੀਂ ਉਹਨਾਂ ਨੂੰ ਮਿਲ ਕੇ ਆਏ ਹੋ ਜਿਹੜੇ ਮੌਕੇ 'ਤੇ ਨਾਲ ਸੀ ਸਿੱਧੂ ਦੇ, ਅਤੇ ਕੀ ਇੰਸੀਡੈਂਸ ਕਿਵੇਂ ਵਾਪਰਿਆ ਸਾਰਾ? ਕਿੰਨੇ ਵਜੇ ਨਿਕਲਦੇ ਨੇ ਘਰੋਂ, ਕਦੋਂ ਇਹਨਾਂ ਨੂੰ ਜਿਹੜਾ ਉੱਥੇ ਪਤਾ ਲੱਗਦਾ? ਮਾਸੀ ਕੋਲੇ ਜਾਣਾ ਤੇ ਇੱਕਦਮ ਪ੍ਰੋਗਰਾਮ ਬਣ ਗਿਆ। ਪਹਿਲਾਂ ਉਹਨਾਂ ਨੇ ਘਰ ਦੇ ਵਿੱਚ ਇੱਕ ਗੱਡੀ ਖੜੀ ਹੈ, ਲੈਂਡ ਕਰੂਜ਼ਰ ਆ ਮੈਨੂੰ ਲੱਗਦਾ, ਸ਼ਾਇਦ ਜਾਂ ਪਜੈਰੋ ਆ। ਉਹ ਗੱਡੀ ਕਹਿੰਦੇ ਸੀ ਵੀ ਉਹ ਗੱਡੀ, ਉਹਦਾ ਟਾਇਰ ਪੈਂਚਰ ਸੀ, ਉਹ ਲੈ ਕੇ ਜਾਣ ਲੱਗੇ ਸੀ। ਕਿੰਨਾ ਟਾਈਮ ਹੋ ਗਿਆ ਥਾਰ ਨਹੀਂ ਚਲਾਈ, ਤਾਂ ਥਾਰ ਕੱਢ ਲਈ। ਥਾਰ ਤੁਹਾਨੂੰ ਪਤਾ ਕੰਜਸਟਡ ਹੁੰਦੀ ਆ ਅਤੇ 3 ਹੀ ਬਹਿੰਦੇ ਆ। ਤਾਂ ਸਿੱਧੂ ਨੇ ਕਹਿੰਦੇ ਵੀ ਸਿਕਿਉਰਿਟੀ ਗਾਰਡ ਨੂੰ ਕਹਿਤਾ ਵੀ ਅਸੀਂ ਇੱਥੇ ਹੀ ਤਾਂ ਜਾਣਾ ਵੀ ਬਿਲਕੁਲ ਜਿਵੇਂ ਕਹਿ ਦਈਏ ਇੱਥੇ ਸੀ। ਤਾਂ ਇਸ ਕਰਕੇ ਕਹਿੰਦੇ ਵੀ ਇਸ ਤਰ੍ਹਾਂ ਨਿਕਲ ਪਏ। ਸ਼ਾਮ ਨੂੰ ਸ਼ਾਇਦ 5 ਵਜੇ, 5:15 ਦਾ ਟਾਈਮ ਹੋਊਗਾ ਜਦੋਂ ਘਰੋਂ ਨਿਕਲਦੇ, 5, 5:15 ਦੇ ਵਿੱਚ। ਤਾਂ ਜਦੋਂ ਉਹ ਕਹਿੰਦੇ ਵੀ ਜਦੋਂ ਮੇਨ ਰੋਡ ਆਉਂਦੀ ਹੈਗੀ ਉਹਦੀ ਹਵੇਲੀ ਤੋਂ 500 ਮੀਟਰ 'ਤੇ ਮੇਨ ਰੋਡ ਆ ਜਾਂਦੀ ਹੈ, ਮਾਨਸਾ ਟੂ ਤਲਵੰਡੀ ਸਾਬੋ ਰੋਡ। ਤਾਂ ਉਹ ਰੋਡ 'ਤੇ ਜਦੋਂ ਥੋੜ੍ਹਾ ਜਿਹਾ ਅੱਗੇ ਮਾਨਸਾ ਵਾਲੀ ਸਾਈਡ ਨੂੰ ਆਉਂਦੇ ਤਾਂ ਪਿੱਛੋਂ ਉਹਨਾਂ ਨੂੰ ਲੱਗਦਾ ਕਿ ਕੋਈ ਗੱਡੀ ਪਿੱਛਾ ਕਰ। ਪਹਿਲੇ ਫਾਇਰ ਜਿਹੜੇ ਆ ਬਰਾਬਰ ਆ ਕੇ ਟਾਇਰ 'ਚ ਫਾਇਰਿੰਗ ਕੀਤੀ ਆ ਉਹਨਾਂ ਨੇ। ਤਾਂ ਉਸ ਵੇਲੇ ਕਹਿੰਦੇ ਸਿੱਧੂ ਨੇ ਵੀ ਆਪਣਾ ਜਿਹੜਾ ਵੈਪਨ ਸੀ ਕੱਢਿਆ, ਅਤੇ ਸਿੱਧੂ ਨੇ ਵੀ ਉਹਦੇ ਵਿੱਚ 2 ਹੀ ਕਾਰਟੇਜ ਸੀਗੇ। ਸਿੱਧੂ ਨੇ ਵੀ ਫਾਇਰ ਕੀਤਾ, ਬਟ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੁੜ ਫਾਇਰ ਨਹੀਂ ਹੋਇਆ, ਤਾਂ ਫਿਰ ਉਹਨਾਂ ਨੇ ਪਹਿਲਾਂ ਗੱਡੀ ਓਵਰਟੇਕ ਕਰਕੇ ਅੱਗੇ ਕਰੀ ਆ, ਫਿਰ ਅੱਗੋਂ ਉੱਤਰ ਕੇ ਆਏ ਆ। ਇਹ ਜਦੋਂ ਘਰੋਂ ਨਿਕਲਦੇ ਨੇ ਤਾਂ ਨਾਲ ਦੇ ਦੋਸਤਾਂ ਨੇ ਨਹੀਂ ਕਿਹਾ ਕਿ ਫੋਰਚੂਨਰ ਚੱਲ ਵੜਨ, ਜਾਂ ਉਹਨਾਂ ਨੇ ਨਹੀਂ ਕਿਹਾ ਕਿ ਫੋਰਚੂਨਰ 'ਤੇ ਚੱਲਦੇ ਆ? ਕਿਉਂਕਿ ਉਹਨਾਂ ਨੂੰ ਲਗਾਤਾਰ ਥ੍ਰੈਟ ਵੀ ਆ ਰਹੇ ਸੀਗੇ ਕਿ ਜਿਹੜਾ ਸਿੱਧੂ ਆ ਬਿਨਾਂ ਬੁਲਟ ਪ੍ਰੂਫ ਗੱਡੀ ਤੇ ਬਿਨਾਂ ਸਿਕਿਉਰਿਟੀ ਗਾਰਡ ਗਿਆ, ਨਾਲ ਦੀ ਨਾਲ ਉਹਨਾਂ ਨੇ ਗੱਡੀ ਕੱਢ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਗੱਡੀ ਉਹੀ ਫੇਰ ਟਾਇਰ ਪੈਂਚਰ ਵਾਲੀ। ਇਹਨੇ ਨੂੰ ਜਦੋਂ ਦੂਜੀ ਗੱਡੀ ਦੀ ਚਾਬੀ ਲੈ ਕੇ ਪਿੱਛੇ ਨੂੰ ਗਿਆ, ਉਹਨੂੰ ਇੰਸੀਡੈਂਟ ਵਾਪਰ ਗਿਆ। ਜਾਣੀ ਕਿ ਬਾਪ ਨੂੰ ਚਿੰਤਾ ਰਹਿੰਦੀ ਸੀ। ਸੰਸਕਾਰ 'ਤੇ ਵੀ ਲਗਾਤਾਰ ਲੋਕ ਜਦੋਂ ਆਏ ਤਾਂ ਇਹ ਵੀ ਸਵਾਲ ਚੁੱਕੇ ਕਿ ਲੋਕਾਂ ਨੇ ਕਿਹਾ ਕਿ ਕੋਈ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਇਕ ਉੱਥੇ ਕੋਈ ਨਹੀਂ ਗਾ। ਸਿਕਿਉਰਿਟੀ ਨੂੰ ਲੈ ਕੇ ਇੱਕ ਬੜਾ ਇਸ਼ੂ ਹੋਇਆ ਕਿ ਸਿਕਿਉਰਿਟੀ ਘਟਾਈ ਗਈ, ਤਾਂ ਹੀ ਇਹ ਘਟਨਾ ਵਾਪਰੀ ਹੈ। ਪਰਸੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਸ਼ੂਟਰਾਂ ਦੇ ਵੱਲੋਂ ਗੋਲੀਆਂ ਮਾਰ ਕੇ। ਜਦੋਂ ਗੱਡੀ 'ਚ ਹੁੰਦੇ ਨੇ ਤਾਂ ਉਹਨਾਂ ਨਾਲ 3 ਜਣੇ ਸੀ। ਤਾਂ ਜੇ ਗੱਲ ਕਰੀਏ ਉਹ 2 ਜਣੇ ਉਹਨੇ ਸਾਥੀ ਜਿਹੜੇ ਨੇ, ਦੱਸਿਆ ਜਾ ਰਿਹਾ ਕਿ ਉਹ ਹਾਲਤ ਉਹਨਾਂ ਦੀ ਹੁਣ ਸਥਿਰ ਹੈ। ਗੁਰਪ੍ਰੀਤ ਸਿੰਘ ਬਣਾਵਾਲੀ ਸਾਡੇ ਨਾਲ ਨੇ, ਜੋ ਕਿ ਵਿਧਾਇਕ ਨੇ ਸਦੂਗੜ੍ਹ ਹਲਕੇ ਤੋਂ, ਅਤੇ ਉਹ ਜਾ ਕੇ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਿਹਾ ਉਹਨਾਂ ਨੇ, ਉਹਨੇ ਸਾਥੀਆਂ ਨੇ। ਸਾਰੇ ਇੰਸੀਡੈਂਟਸ ਦੀ ਜਿਹੜੀ ਆ ਪੂਰੀ ਜਾਣਕਾਰੀ ਉਹਨਾਂ ਤੋਂ ਲੈਂਦੇ ਹਾਂ। ਸਰ, ਤੁਸੀਂ ਜਾ ਕੇ ਆਏ ਹੋ DMC ਅੱਜ, ਪਹਿਲਾਂ ਤਾਂ ਦੱਸੋ ਕਿ ਉਹਨੇ ਹਾਲਤ ਕਿੱਦਾਂ ਹੈਗੀ ਹੁਣ? ਉਹਨਾਂ ਦੀ ਹਾਲਤ ਸਥਿਰ ਆ, ਅਤੇ ਮੈਂ ਡਾਕਟਰ ਸਾਹਿਬਾਨ ਨੂੰ ਵੀ ਮਿਲਿਆ ਅਤੇ ਖਤਰੇ ਤੋਂ ਬਾਹਰ ਆ, ਬਟ ਉਹਨਾਂ ਦੀ ਇੰਜਰੀ ਮਲਟੀਪਲ ਇੰਜਰੀ ਆ, ਅਤੇ ਡਾਕਟਰ ਸਾਹਿਬ ਕਹਿੰਦੇ ਵੀ ਸਰਜਰੀ ਵੀ ਬਹੁਤ ਹੋਣਗੀਆਂ ਅਤੇ ਹਜੇ ਟਾਈਮ ਲੱਗੂਗਾ ਰਿਕਵਰ ਹੋਣ 'ਤੇ, ਬਟ ਖਤਰੇ ਤੋਂ ਬਾਹਰ ਆ ਉਹਨਾਂ ਦੀ ਹਾਲਾਤ। ਤੁਹਾਡੀਆਂ ਕੀ ਗੱਲਾਂ ਹੋਈਆਂ ਜੇ ਪੁੱਛੀਏ ਤਾਂ? ਕਿਉਂਕਿ ਦੱਸਿਆ ਜਾ ਰਿਹਾ ਵੱਖ-ਵੱਖ ਗੱਲਾਂ ਬਣ ਰਹੀਆਂ ਨੇ, ਤੁਸੀਂ ਉਹਨਾਂ ਨੂੰ ਮਿਲ ਕੇ ਆਏ ਹੋ ਜਿਹੜੇ ਮੌਕੇ 'ਤੇ ਨਾਲ ਸੀ ਸਿੱਧੂ ਦੇ, ਅਤੇ ਕੀ ਇੰਸੀਡੈਂਸ ਕਿਵੇਂ ਵਾਪਰਿਆ ਸਾਰਾ? ਕਿੰਨੇ ਵਜੇ ਨਿਕਲਦੇ ਨੇ ਘਰੋਂ, ਕਦੋਂ ਇਹਨਾਂ ਨੂੰ ਜਿਹੜਾ ਉੱਥੇ ਪਤਾ ਲੱਗਦਾ? ਦੇਖੋ, ਮੈਂ ਥੋੜ੍ਹਾ ਜਿਹਾ ਸੈਂਸਿਟਿਵ ਇਸ਼ੂ ਸੀਗਾ, ਅਤੇ ਉਹ ਵੀ ਬੜੇ ਘਬਰਾਏ ਹੋਏ ਆ। ਇੱਕ ਦੇਖੋ ਮੌਤ ਦਾ ਸਾਹਮਣਾ ਹੋਇਆ, ਤਾਂ ਮੈਂ ਜ਼ਿਆਦਾ ਗੱਲਾਂ ਤਾਂ ਨਹੀਂ ਕੀਤੀਆਂ। ਨੋਰਮਲੀ ਮੈਂ ਪੁੱਛਿਆ ਵੀ ਕੀ ਹੋਇਆ ਉਸ ਦਿਨ, ਪਹਿਲਾਂ ਉਹਨਾਂ ਦਾ ਹਾਲ ਚਾਲ ਪੁੱਛਿਆ, ਫਿਰ ਮੈਨੂੰ ਲੱਗਿਆ ਵੀ ਠੀਕ ਆ। ਤਾਂ ਉਹ 2-3 ਜਿਹੜੀਆਂ ਉਹਨਾਂ ਨੇ ਮੇਨ ਮੈਨੂੰ ਗੱਲਾਂ ਕਹੀਆਂ ਵੀ ਕਿਉਂਕਿ ਸਾਡਾ ਪ੍ਰੀ ਪਲੈਨਿੰਗ ਨਹੀਂ ਸੀ ਕਿਤੇ ਜਾਣਾ, ਵੈਸੇ ਸੀ ਘਰੇ ਬੈਠੇ ਸੀ। ਤਾਂ ਸਿੱਧੂ ਕਹਿੰਦਾ ਵੀ ਮਾਸੀ ਕੋਲੇ ਮਿਲ ਕੇ ਆਉਣਾ ਗਾ, ਅਤੇ ਮਾਸੀ ਕੋਲੇ ਜਾਣਾ ਤੇ ਇੱਕਦਮ ਪ੍ਰੋਗਰਾਮ ਬਣ ਗਿਆ। ਪਹਿਲਾਂ ਉਹਨਾਂ ਨੇ ਘਰ ਦੇ ਵਿੱਚ ਇੱਕ ਗੱਡੀ ਖੜੀ ਹੈ, ਲੈਂਡ ਕਰੂਜ਼ਰ ਆ ਮੈਨੂੰ ਲੱਗਦਾ, ਸ਼ਾਇਦ ਜਾਂ ਪਜੈਰੋ ਆ। ਉਹ ਗੱਡੀ ਕਹਿੰਦੇ ਸੀ ਵੀ ਉਹ ਗੱਡੀ, ਉਹਦਾ ਟਾਇਰ ਪੈਂਚਰ ਸੀ, ਉਹ ਲੈ ਕੇ ਜਾਣ ਲੱਗੇ ਸੀ। ਅਤੇ ਫਿਰ ਸਿੱਧੂ ਸ਼ੌਂਕੀ ਆ ਚਲਾਉਣ ਦਾ, ਟਰੈਕਟਰ ਆਪ ਚਲਾਉਂਦਾ, ਖੇਤੀ ਕਰਦਾ, ਤੁਸੀਂ ਵੇਖਣਾ ਕੱਦੂ ਕਰਦਾ, ਹਲ ਵਾਹੁਣਾ, ਉਹਨੂੰ ਸ਼ੌਂਕ ਆ ਟਿੱਬਿਆਂ ਦਾ, ਤਾਂ ਪੁੱਤ ਕਿਹਾ ਗਿਆ। ਅਤੇ ਉਹਨੂੰ ਕਹਿੰਦਾ ਕਿੰਨਾ ਟਾਈਮ ਹੋ ਗਿਆ ਥਾਰ ਨਹੀਂ ਚਲਾਈ, ਤਾਂ ਥਾਰ ਕੱਢ ਲਈ। ਥਾਰ ਤੁਹਾਨੂੰ ਪਤਾ ਕੰਜਸਟਡ ਹੁੰਦੀ ਆ, ਅਤੇ 3 ਹੀ ਬਹਿੰਦੇ ਆ। ਤਾਂ ਸਿੱਧੂ ਨੇ ਕਹਿੰਦੇ ਵੀ ਸਿਕਿਉਰਿਟੀ ਗਾਰਡ ਨੂੰ ਕਹਿਤਾ ਵੀ ਅਸੀਂ ਇੱਥੇ ਹੀ ਤਾਂ
ਜਾਣਾ ਵੀ ਬਿਲਕੁਲ ਜਿਵੇਂ ਕਹਿ ਦਈਏ ਇੱਥੇ ਹੀ ਸੀ। ਤਾਂ ਇਸ ਕਰਕੇ ਕਹਿੰਦੇ ਵੀ ਇਸ ਤਰ੍ਹਾਂ ਨਿਕਲ ਪਏ। ਗੁਰਪ੍ਰੀਤ ਜੀ ਜੇ ਗੱਲ ਕਰੀਏ ਤਾਂ ਜਿਹੜਾ ਨਿਕਲਦੇ ਨੇ ਉਹ ਟਾਈਮਿੰਗ ਕੀ ਰਹਿੰਦੀ ਹੈ ਉਹਨਾਂ ਦੇ ਜਾਣ ਦੀ, ਅਤੇ ਉਹਨਾਂ ਨੂੰ ਪਤਾ ਕਦੋਂ ਲੱਗਦਾ ਕਿ ਸਾਡਾ ਕੋਈ ਪਿੱਛਾ ਕਰ ਰਿਹਾ? ਸ਼ਾਮ ਨੂੰ ਸ਼ਾਇਦ 5 ਵਜੇ 5:15 ਦਾ ਟਾਈਮ ਹੋਊਗਾ ਜਦੋਂ ਘਰੋਂ ਨਿਕਲਦੇ 5 5:15 ਦੇ ਵਿੱਚ। ਤਾਂ ਜਦੋਂ ਉਹ ਕਹਿੰਦੇ ਵੀ ਜਦੋਂ ਮੇਨ ਰੋਡ ਆਉਂਦੀ ਹੈਗੀ ਉਹਦੀ ਹਵੇਲੀ ਤੋਂ 500 ਮੀਟਰ 'ਤੇ ਮੇਨ ਰੋਡ ਆ ਜਾਂਦੀ ਹੈ ਮਾਨਸਾ ਟੂ ਤਲਵੰਡੀ ਸਾਬੋ ਰੋਡ। ਤਾਂ ਉਹ ਰੋਡ 'ਤੇ ਜਦੋਂ ਥੋੜ੍ਹਾ ਜਿਹਾ ਅੱਗੇ ਮਾਨਸਾ ਵਾਲੀ ਸਾਈਡ ਨੂੰ ਆਉਂਦੇ ਤਾਂ ਪਿੱਛੋਂ ਉਹਨਾਂ ਨੂੰ ਲੱਗਦਾ ਕਿ ਕੋਈ ਗੱਡੀ ਪਿੱਛਾ ਕਰ ਰਹੀ ਆ। ਤਾਂ ਗੱਡੀ ਉੱਪਰ ਵੀ ਨਾਲ ਨਾਲ ਆ ਰਹੀ ਹੈ ਚੜ੍ਹਦੀ, ਜਿਵੇਂ ਲੱਗਦਾ ਹੁੰਦਾ ਆਪਾਂ ਨੂੰ ਵੀ ਕਿਵੇਂ ਕਿਸ ਤਰ੍ਹਾਂ ਸ਼ੱਕੀ ਲੱਗੀ। ਤਾਂ ਉਹ ਕਹਿੰਦੇ ਅਸੀਂ ਆਖਿਆ ਵੀ ਲੱਗਦਾ ਕੋਈ ਗੱਡੀ ਹੈ। ਤਾਂ ਸਿੱਧੂ ਕਹਿੰਦਾ ਵੀ ਫੈਨ ਹੋਣਗੇ ਆਪਣੇ, ਕਿਉਂਕਿ ਸਿੱਧੂ ਦੇ ਫੈਨ ਬੜੇ ਸੀ ਅਤੇ ਉਹ ਕੁਝ ਹਵੇਲੀ ਅੱਗੇ ਆ ਕੇ ਖੜ੍ਹ ਜਾਂਦੇ। ਜੇ ਸਿੱਧੂ ਕੋਸ਼ਿਸ਼ ਤਾਂ ਕਰਦਾ ਸਿੱਧੂ ਸਾਰਿਆਂ ਨੂੰ ਮਿਲਣ ਦੀ, ਬਟ ਕਈ ਵਾਰੀ ਨਹੀਂ ਟਾਈਮ ਦਿੱਤਾ ਜਾਂਦਾ ਤਾਂ ਉਹ ਵੇਖਦੇ ਰਹਿੰਦੇ ਵੀ ਜੇ ਸ਼ਾਇਦ ਖੇਤ ਜਾਊਗਾ ਕਿਸੇ ਪਾਸੇ ਜਾਊ, ਜਿੱਥੇ ਖੜੂਗਾ ਉੱਥੋਂ ਫੋਟੋ ਕਰਾ ਲਾਂਗੇ ਜਾਂ ਸਿੱਧੂ ਨਾਲ ਹੱਥ ਮਿਲਾ ਲਾਂਗੇ। ਤਾਂ ਸਿੱਧੂ ਨੇ ਵੀ ਉਸ ਨੂੰ ਇਸ ਤਰ੍ਹਾਂ ਢੰਗ ਨਾਲ ਹੀ ਲਿਆ ਵੀ ਕਿਤੇ ਕੋਈ ਫੈਨ ਆ, ਅਤੇ ਉਹ ਚੱਲਦੇ ਗਏ। ਪਰ ਜਦੋਂ ਕਹਿੰਦੇ ਜਵਾਹਰ ਕੇ ਕੋਲ ਆਏ ਤਾਂ ਗੱਡੀ ਨੇ ਇੱਕ ਵਾਰੀ ਪਹਿਲਾਂ ਵੀ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਡਾਊਟ ਹੋਇਆ ਵੀ ਗੱਡੀ ਦੀ ਸਪੀਡ ਤੋਂ ਜਿਸ ਢੰਗ ਨਾਲ ਓਵਰਟੇਕ ਕਰਨ ਦੀ ਕਰਦੇ ਆ। ਤਾਂ ਉਹ ਕਹਿੰਦੇ ਉਹਨਾਂ ਨੇ ਕਿਹਾ ਵੀ ਅਸੀਂ ਆਖਿਆ ਵੀ ਸ਼ਾਇਦ ਕੋਈ ਸ਼ੱਕੀ ਗੱਡੀ ਆ ਵੀ ਕੋਈ ਹੋਰ ਨੇ। ਤਾਂ ਕਹਿੰਦੇ ਸਿੱਧੂ ਨੇ ਕਿਹਾ ਵੀ ਡਰੋ ਨਾ, ਆਪਣੇ ਕੋਲ ਵੈਪਨ ਹੈਗਾ ਗਾ। ਉਦੋਂ ਕਹਿੰਦੇ ਉਹਨਾਂ ਨੂੰ ਲੱਗਿਆ ਵੀ ਕੋਈ ਸ਼ੱਕੀ ਆ ਗੱਡੀ। ਜੇ ਆਪਾਂ ਗੱਲ ਕਰੀਏ CCTV ਫੁਟੇਜ ਦੇਖਦੇ ਹਾਂ ਤਾਂ 2 ਗੱਡੀਆਂ ਆਉਂਦੀਆਂ ਨੇ, ਇੱਕ ਕਰੋਲਾ ਅਤੇ ਇੱਕ ਬਲੈਰੋ। ਉਹਨਾਂ ਨੂੰ ਦੋਨੇ ਗੱਡੀਆਂ ਦਿਖੀਆਂ ਸੀ ਜਾਂ ਉਹਨਾਂ ਨੂੰ ਇੱਕ ਗੱਡੀ ਦੇ ਸ਼ੱਕ ਸੀ ਉਦੋਂ? ਉਦੋਂ ਤਾਂ ਉਹ ਕਹਿੰਦੇ ਕਰੋਲਾ ਗੱਡੀ ਦਾ ਹੀ ਸ਼ੱਕ ਸੀਗਾ, ਕਿਉਂਕਿ ਉਹ ਉੱਪਰ ਚੜ੍ਹ ਰਹੀ ਸੀਗੀ, ਬਲੈਰੋ ਉਹਦੇ ਪਿੱਛੇ ਸੀਗੀ। ਤਾਂ ਉਸ ਵੇਲੇ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇੱਕ ਗੱਡੀ ਹੋਰ ਵੀ ਆ ਰਹੀ ਆ। ਤਾਂ ਕਿਉਂਕਿ ਜ਼ਿਆਦਾ ਉਹਨਾਂ 'ਤੇ ਕਹਿੰਦੇ ਉੱਪਰ ਕਰੋਲਾ ਹੀ ਜਾ ਰਹੀ ਸੀਗੀ। ਤਾਂ ਉਹਨਾਂ ਨੇ ਪਹਿਲਾਂ ਜਦੋਂ ਜਦੋਂ ਦੇਖਿਆ ਹੋਣਾ, ਜਦੋਂ ਮੋੜ ਮੁੜਦੇ ਆ ਜਿੱਥੇ CCTV ਫੁਟੇਜ ਆਏ ਆ, ਉਹ ਮੋੜ ਆਉਂਦਾ, ਉਹ ਮੋੜ ਬੜਾ ਇੱਕਦਮ ਤਿੱਖਾ ਮੋੜ ਆ। ਹਾਂ, ਤਾਂ ਉੱਥੇ ਤਾਂ ਕਿਸੇ ਦੀ ਵੀ ਸਪੀਡ ਹੌਲੀ ਹੋਊਗੀ। ਤਾਂ ਉੱਥੇ ਉਹਨਾਂ ਨੇ ਮੋੜ ਮੋੜਨ ਸਾਰੀ ਟਾਇਰ ਦੇ ਵਿੱਚ ਪਹਿਲੇ ਫਾਇਰ ਜਿਹੜੇ ਆ ਬਰਾਬਰ ਆ ਕੇ ਟਾਇਰ 'ਚ ਫਾਇਰਿੰਗ ਕੀਤੀ ਆ ਉਹਨਾਂ ਨੇ। ਤਾਂ ਉਸ ਵੇਲੇ ਕਹਿੰਦੇ ਸਿੱਧੂ ਨੇ ਵੀ ਆਪਣਾ ਜਿਹੜਾ ਵੈਪਨ ਸੀ ਕੱਢਿਆ, ਅਤੇ ਸਿੱਧੂ ਨੇ ਵੀ ਉਹਦੇ ਵਿੱਚ 2 ਹੀ ਕਾਰਟੇਜ ਸੀਗੇ। ਸਿੱਧੂ ਨੇ ਵੀ ਫਾਇਰ ਕੀਤਾ, ਬਟ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੁੜ ਫਾਇਰ ਨਹੀਂ ਹੋਇਆ ਤਾਂ ਫਿਰ ਉਹਨਾਂ ਨੇ ਪਹਿਲਾਂ ਗੱਡੀ ਓਵਰਟੇਕ ਕਰਕੇ ਅੱਗੇ ਕਰੀ ਆ, ਫਿਰ ਅੱਗੋਂ ਉੱਤਰ ਕੇ ਆਏ ਆ। ਕਿਉਂਕਿ ਜਦੋਂ ਇੱਕ ਵਾਰੀ ਫਾਇਰ ਹੋਇਆ ਡਰੇ ਉਹ, ਫਿਰ ਉੱਤਰ ਕੇ ਉਹਨਾਂ ਨੇ ਫਿਰ ਤਾਂ ਕਹਿੰਦੇ ਇੱਕ ਤਾਂ ਸਾਨੂੰ ਨਹੀਂ ਪਤਾ ਲੱਗਿਆ, ਦੋਸਤ ਦੱਸਦੇ ਆ ਵੀ ਗੱਡੀ 'ਚ ਧੂੰਆਂ ਹੋ ਗਿਆ ਜਿਵੇਂ ਕੋਈ ਅੱਗ ਲੱਗ ਗਈ ਹੁੰਦੀ ਆ, ਵੀ ਇੰਨੀ ਤੇਜ਼ ਫਾਇਰਿੰਗ ਹੋਈ ਆ। ਜੇ ਗੱਲ ਕਰੀਏ ਤਾਂ ਲਾਇਸੈਂਸੀ ਹਥਿਆਰ ਜਿਹੜਾ ਨਾਲ ਰੱਖਦੇ ਸਿੱਧੂ, ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਵੀ ਫਾਇਰਿੰਗ ਕੀਤੀ। ਪਹਿਲੀ ਫਾਇਰਿੰਗ ਉਹਨਾਂ ਨੇ ਟਾਇਰ ਦੇ ਵਿੱਚ ਕੀਤੀ, ਇਸ ਤੋਂ ਬਾਅਦ ਇਹਨਾਂ ਨੇ ਜਵਾਬੀ ਕਾਰਵਾਈ ਕੀਤੀ? ਹਾਂ, ਸਿੱਧੂ ਨੇ ਵੀ ਫਾਇਰ ਕਰਿਆ। ਜਦੋਂ ਫਾਇਰ ਹੋਇਆ ਨਾ ਟਾਇਰ ਦੇ ਵਿੱਚ ਤਾਂ ਸਿੱਧੂ ਨੇ ਫਾਇਰ ਕਰਿਆ। ਮੈਨੂੰ ਲੱਗਦਾ ਕਿ ਦੇਖੋ ਮੈਂ ਉਹਨਾਂ ਨੂੰ ਜ਼ਿਆਦਾ ਤਾਂ ਕਲੀਅਰ ਕਰਿਆ ਨਹੀਂ, ਸਿੱਧੂ ਨੂੰ ਵੀ ਇਹ ਹੋਇਆ ਵੀ ਡਰਾਉਣ ਲਈ ਇੱਕ ਫਾਇਰ ਕੱਢਿਆ ਹੋਵੇ ਉਹਨਾਂ ਨੇ, ਨਹੀਂ ਉਹਨਾਂ ਵੱਲ ਨਹੀਂ, ਕਿਉਂਕਿ ਦੂਜੀ ਸਾਈਡ ਓਵਰਟੇਕ ਕਰ ਰਹੇ ਸੀ। ਤੁਸੀਂ ਵੇਖਿਆ ਹੋਣਾ ਸਿੱਧੂ ਚਲਾ ਰਿਹਾ ਸੀਗਾ, ਤਾਂ ਇਸ ਪਾਸੇ ਤਾਂ ਉਹਦਾ ਦੋਸਤ ਬੈਠਾ ਸੀ। ਤਾਂ ਸ਼ਾਇਦ ਸਿੱਧੂ ਨੇ ਇਸ ਹੱਥ ਨਾਲ ਫਾਇਰ ਕਰਿਆ ਵੀ ਡਰਨਗੇ ਵੀ ਵੈਪਨ ਆ ਵੀ ਭੱਜ ਜਾਣਗੇ। ਬਟ ਉਹਨਾਂ ਕੋਲ ਤਾਂ ਬੜਾ ਜਿਹੜੇ ਵੈਪਨ ਸੀਗੇ, ਮੈਂ ਡਾਕਟਰ ਸਾਹਿਬਾਨ ਨੂੰ ਵੀ ਮਿਲਿਆ, ਉਹ ਕਹਿੰਦੇ ਵੀ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਬਲਾਸਟ 'ਚੋਂ ਆਏ ਹੋਣ, ਨਹੀਂ ਤਾਂ ਜਦੋਂ ਫਾਇਰ ਲੱਗਦਾ ਤਾਂ ਗੋਲੀ ਲੱਗਦੀ ਆ, ਇੰਨਾ ਨਹੀਂ ਹੁੰਦਾ। ਹੁਣ ਤਾਂ ਉਸ ਦੀ ਬਿਲਕੁਲ ਜੇ ਬਾਂਹ 'ਤੇ ਲੱਗਿਆ ਤਾਂ ਬਾਂਹ ਦਾ ਹਿੱਸਾ ਹੀ ਚੱਕਤਾ ਦੋਨਾਂ ਦਾ, ਜਿੱਥੇ ਵੀ ਫਾਇਰ ਲੱਗਿਆ ਤਾਂ ਇਸ ਤਰ੍ਹਾਂ ਜਮਾਂ ਇਹ ਲੱਗਦਾ ਜਿਵੇਂ ਬਲਾਸਟ 'ਚੋਂ ਆਏ ਹੁਣ, ਵੀ ਐਡਾ ਜਿਹੜਾ ਵੈਪਨ ਸੀ ਖਤਰਨਾਕ ਸੀਗਾ ਜਿਹੜਾ ਉਹਨਾਂ ਨੇ ਯੂਜ਼ ਕੀਤਾ। ਜੇ ਗੱਲ ਕਰੀਏ ਗੁਰਪ੍ਰੀਤ ਜੀ, ਉਹਨਾਂ ਕੋਲ ਬੁਲਟ ਪ੍ਰੂਫ ਫੋਰਚੂਨਰ ਵੀ ਹੈਗੀ ਹੈ, ਅਤੇ ਜਦੋਂ ਘਰੋਂ ਨਿਕਲਦੇ ਨੇ ਤਾਂ ਨਾਲ ਦੇ ਦੋਸਤਾਂ ਨੇ ਨਹੀਂ ਕਿਹਾ ਕਿ ਫੋਰਚੂਨਰ ਚੱਲ ਵੜਨਾ, ਜਾਂ ਉਹਨਾਂ ਨੇ ਨਹੀਂ ਕਿਹਾ ਕਿ ਫੋਰਚੂਨਰ 'ਤੇ ਚੱਲਦੇ ਹਾਂ, ਕਿਉਂਕਿ ਉਹਨਾਂ ਨੂੰ ਲਗਾਤਾਰ ਥ੍ਰੈਟ ਵੀ ਆ ਰਹੇ ਸੀਗੇ? ਸਿੱਧੂ ਦੀ ਇੱਕ ਆਦਤ ਸੀਗੀ, ਮੇਰਾ ਤਾਂ ਦੋਸਤ ਆ ਉਹ, ਸਾਰੇ ਹੀ ਕਹਿੰਦੇ ਸੀਗੇ, ਜਿਹਨੇ ਉਹਦੇ ਪਿਤਾ ਜੀ ਵੀ ਬੜੇ ਚਿੰਤਤ ਸੀਗੇ, ਅੱਜ ਵੀ ਦੱਸਦੇ ਆ ਮਿਲੇ ਆ ਜਦੋਂ ਅਸੀਂ। ਸਿੱਧੂ ਦੀ ਆਦਤ ਸੀਗੀ ਨਾ ਵੀ ਸਿੱਧੂ ਅਵੇਸਲਾ ਹੋ ਜਾਂਦਾ ਸੀ, ਜਾਂ ਵੀ ਦਲੇਰੀ ਲਾ ਲਓ ਜਾਂ ਉਹਨੂੰ ਕਹਿ ਦਿਓ ਵੀ ਇੱਕ ਦੂਜੇ 'ਤੇ ਤੇਜ਼ ਜਾਣਾ। ਅਤੇ ਉਹ ਅਕਸਰ ਹੀ ਟਰੈਕਟਰ ਕੱਢ ਲੈਣਾ, ਅਤੇ ਜਿਵੇਂ ਥਾਰ ਕੱਢ ਲਈ, ਜਿਹੜੇ ਉਹਦੇ ਕੋਲ ਗੱਡੀਆਂ ਬੜੀਆਂ ਸੀ ਤੁਹਾਨੂੰ ਪਤਾ ਗਾ, ਕਦੇ ਜੌਂਗਾ ਕੱਢ ਲੈਣਾ। ਅਤੇ ਉਹਦੇ ਮਨ 'ਚ ਇਹ ਗੱਲ ਨਹੀਂ ਆਈ ਹੋਣੀ, ਕਿਉਂਕਿ ਉਹਨੂੰ ਲੱਗਦਾ ਸੀ ਕਿ ਕਿਸੇ ਨੂੰ ਪਤਾ ਹੀ ਨਹੀਂ, ਜਾਣਾ ਤਾਂ ਮੈਂ ਇੱਥੇ ਹੀ ਆ। ਪਰ ਕੀ ਪਤਾ ਸੀਗਾ ਵੀ ਮੈਨੂੰ ਲੱਗਦਾ ਵੀ ਜਿਸ ਢੰਗ ਨਾਲ ਜਿੰਨੀ ਤੇਜ਼ੀ ਨਾਲ ਕਾਰਵਾਈ ਹੋਈ ਆ ਵੀ ਉਹਦੀ ਹਵੇਲੀ ਦੇ ਬਾਹਰ ਹੀ ਕੋਈ ਰੇਕੀ ਕਰ ਰਿਹਾ ਹੋਣਾ। ਨਹੀਂ, ਇੰਨੀ ਤੇਜ਼ੀ ਨਾਲ ਅਤੇ ਇੰਨੀ ਇਸ ਤਰ੍ਹਾਂ ਘੇਰਿਆ ਨਹੀਂ ਜਾਂਦਾ। ਇਹਦਾ ਮਤਲਬ ਬਿਲਕੁਲ ਨੇੜਲੇ ਕੋਈ ਕੋਲ ਹੀ ਬਾਹਰ ਹਵੇਲੀ ਦੇ ਕੋਲ ਕੋਈ ਬੈਠਾ ਹੋਵੇ ਜਿਹਨੇ ਸੂਚਨਾ ਦਿੱਤੀ ਆ, ਤਾਂ ਕੋਈ ਨੇੜੇ ਲੱਗਿਆ ਹੋਇਆ ਬੰਦਾ ਸੀ ਜਿਹਦੇ ਕਰਕੇ ਇੰਨੀ ਛੇਤੀ ਇਹ ਘਟਨਾ ਵਾਪਰੀ ਹੈ। ਕਿਉਂਕਿ 5-7 ਮਿੰਟਾਂ 'ਚ ਹੀ ਸਭ ਕੁਛ ਹੋ ਜਾਣਾ।
ਜੇ ਤਾਂ ਹੋਵੇ ਵੀ ਪ੍ਰੀ ਪਲਾਨਿੰਗ ਉੱਥੇ ਆਉਣਾ, ਬੰਦੇ ਤਿਆਰੀ ਕਰਦੇ ਆ, ਜਾਂ ਚੱਲੇ ਨੂੰ ਇੰਨਾ ਟਾਈਮ ਹੋ ਗਿਆ ਵੀ 20 ਮਿੰਟ 30 ਮਿੰਟ ਫਿਰ ਤਾਂ ਦੱਸਦੇ ਵੀ ਉਹ ਸ਼ਹਿਰ 'ਚ ਘੇਰ ਲਿਆ। ਫਿਰ ਇਹ ਨਹੀਂ ਪਤਾ ਜਦੋਂ ਮਾਨਸਾ ਆਉਂਦੇ ਆ, ਮਾਨਸਾ ਤੋਂ ਸ਼ਹਿਰ ਵਾਲੇ ਪਾਸੇ ਵੀ ਜਾ ਸਕਦੇ ਆ, ਮਾਨਸਾ ਤੋਂ ਸਰਦੂਲਗੜ੍ਹ ਵਾਲੀ ਸਾਈਡ ਨੂੰ ਵੀ ਜਾ ਸਕਦੇ, ਨੰਗਲ ਵਾਲੇ ਪਾਸੇ ਨੂੰ, ਇਹ ਵੀ ਜਵਾਰਕ ਵਾਲੀ ਸਾਈਡ ਹੀ ਜਾਣਾ। ਸੋ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਬੜੀ ਜ਼ਬਰਦਸਤ ਤਰੀਕੇ ਕੀਤੀ ਗਈ ਸੀ। ਜੇ ਗੱਲ ਕੀਤੀ ਉਸ ਉਹਨੇ ਫਾਦਰ ਸਾਹਿਬ ਦੀ, ਤਾਂ ਉਹਨੇ ਫਾਦਰ ਸਾਹਿਬ ਨਾਲ ਤੁਸੀਂ ਗੱਲ ਕੀਤੀ ਹੈ, ਉਹਨਾਂ ਨੇ ਦੱਸਿਆ ਕੁਝ ਕਿ ਕੋਈ ਪਹਿਲਾਂ ਕਾਲ ਵਗੈਰਾ ਆਉਂਦੀਆਂ ਹੋਣ, ਜਾਂ ਉਹਨਾਂ ਨੂੰ ਸ਼ੱਕ ਹੋਵੇ ਕਿ ਜਿਸ ਨੇ ਰੇਕੀ ਕਰਵਾਈ ਹੋਵੇ, ਜਾਂ ਕੁਝ ਵੀ ਮਤਲਬ ਇੱਕ ਕੋਈ ਕਲੂ ਉਹਨਾਂ ਕੋਲ ਹੋਵੇ ਕਿ ਇੱਦਾਂ ਹੋ ਸਕਦਾ? ਨਹੀਂ, ਫਾਦਰ ਸਾਹਿਬ ਨੇ ਹੋਰ ਤਾਂ ਨਹੀਂ ਕੁਝ ਦੱਸਿਆ, ਪਰ ਉਹਨਾਂ ਨੇ ਨਾ ਚਿੰਤਤ ਬੜੇ ਰਹਿੰਦੇ ਸੀ, ਕਿਉਂਕਿ ਮਾਪਿਆਂ ਨੂੰ ਪੁੱਤ ਦੇ ਕਿੱਡਾ ਹੀ ਪੁੱਤ ਵੱਡਾ ਫੇਮਸ ਹੋ ਜੇ, ਪਿਓ ਪਿਓ ਹੀ ਹੁੰਦਾ। ਤਾਂ ਹਮੇਸ਼ਾ ਮੇਰੇ ਨਾਲ ਪਹਿਲਾਂ ਵੀ ਗੱਲ ਹੁੰਦੀ ਹੈ, ਪਰਚੇ ਹੋਏ ਆ ਸਿੱਧੂ 'ਤੇ ਕਰਾਏ ਜਾਂਦੇ ਸੀ, ਤਾਂ ਉਹ ਇੱਕ ਗੱਲ ਕਹਿੰਦਾ ਸੀ ਵੀ ਅਸੀਂ ਤਾਂ ਕੀ ਕਰਨਾ ਸੀ ਫੇਮਸ ਹੋ ਕੇ, ਇੰਨਾ ਅਸੀਂ ਐਸਾ ਪੈਸਾ ਕੀ ਕਰਨਾ ਕਿ ਸਾਡਾ ਪੁੱਤ ਟਿਕ ਹੀ ਨਹੀਂ ਬੈਠ ਸਕਦਾ, ਸਾਨੂੰ ਇੰਨੀ ਟੈਨਸ਼ਨ ਹੋਈ ਪਈ ਆ, ਸਾਡਾ ਮਸ਼ਹੂਰ ਹੋਣਾ ਹੀ ਸਾਡੇ ਲਈ ਗੁਨਾਹ ਹੋ ਗਿਆ। ਤਾਂ ਉਹ ਬੜਾ ਚਿੰਤਤ ਰਹਿੰਦਾ ਸੀ। ਉਸ ਦਿਨ ਵੀ ਜਦੋਂ ਉਹਨੂੰ ਪਤਾ ਲੱਗਿਆ ਕਿ ਜਿਹੜਾ ਸਿੱਧੂ ਆ ਬਿਨਾਂ ਬੁਲਟ ਪ੍ਰੂਫ ਗੱਡੀ ਤੇ ਬਿਨਾਂ ਸਿਕਿਉਰਿਟੀ ਗਾਰਡ ਗਿਆ, ਨਾਲ ਦੀ ਨਾਲ ਉਹਨਾਂ ਨੇ ਗੱਡੀ ਕੱਢ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਗੱਡੀ ਉਹੀ ਫੇਰ ਟਾਇਰ ਪੈਂਚਰ ਵਾਲੀ। ਇਹਨੇ ਨੂੰ ਜਦੋਂ ਦੂਜੀ ਗੱਡੀ ਦੀ ਚਾਬੀ ਲੈ ਕੇ ਪਿੱਛੇ ਨੂੰ ਗਿਆ, ਉਦੋਂ ਇੰਸੀਡੈਂਟ ਵਾਪਰ ਗਿਆ। ਜਾਣੀ ਕਿ ਬਾਪ ਨੂੰ ਚਿੰਤਾ ਰਹਿੰਦੀ ਸੀ, ਪਤਾ ਸੀ ਕੁਝ ਹੋ ਸਕਦਾ। ਉਹਨੇ ਫਾਦਰ ਸਾਹਿਬ ਪਿੱਛੇ ਗਏ ਸੀ, ਬਿਲਕੁਲ ਨਾਲ ਕੇ ਪਿੱਛੇ ਗਿਆ, ਪਰ ਉਹਨੂੰ ਇੰਸੀਡੈਂਟ ਹੋ ਗਿਆ। ਜੇ ਗੱਡੀ ਪੈਂਚਰ ਹੀ ਨਾ ਹੁੰਦੀ, ਉਹ ਚੱਕ ਲੈਂਦੀ, ਫਿਰ ਮੈਨੂੰ ਲੱਗਦਾ ਹੋ ਸਕਦਾ ਮੁਕਾਬਲਾ ਵੀ ਹੁੰਦਾ। ਗੁਰਪ੍ਰੀਤ ਜੀ, ਤੁਸੀਂ ਉਹਨਾਂ ਨੂੰ ਮਿਲ ਕੇ ਆਉਂਦੇ ਦੋਸਤਾਂ ਨੂੰ, ਉਹਨਾਂ ਨੇ ਕੀ ਦੱਸਦੇ ਵੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੱਡੀ ਆ ਰਹੀ ਹੈ, ਸਿੱਧੂ ਨੂੰ ਦੱਸਿਆ, ਤਾਂ ਸਿੱਧੂ ਦਾ ਕੀ ਜਵਾਬ ਸੀ ਅੱਗੋਂ? ਸਿੱਧੂ ਨੇ ਦਲੇਰੀ ਨਾਲ ਕਿਹਾ ਆਪਣੇ ਕੋਲ, ਕਹਿੰਦਾ ਵੈਪਨ ਹੈਗਾ, ਡਰਨ ਦੀ ਲੋੜ ਨਹੀਂ, ਕਿਉਂਕਿ ਸਿੱਧੂ ਦਲੇਰ ਸੀ। ਦਲੇਰੀ ਨਾਲ ਮਰਦਾ, ਜਦੋਂ ਮਰਦੇ ਦਮ ਤੱਕ ਦਲੇਰੀ ਨਾਲ ਲੜਿਆ। ਸਿੱਧੂ ਦੇ ਮਨ 'ਤੇ ਖੌਫ ਨਹੀਂ ਆਇਆ, ਨਾ ਹੈਗਾ ਵੈਪਨ, ਕਿਉਂਕਿ ਭਜਾ ਵੀ ਸਕਦੇ ਸੀ ਗੱਡੀ, ਜਾਂ ਆਪਾਂ ਦੇਖੀਏ ਤਾਂ ਉੱਥੇ ਲਗਾ ਨਾਲ ਦੇ ਪਿੰਡਾਂ 'ਚ ਵੀ ਜਿਹੜਾ ਫਿਰਨੀ ਤੋਂ ਪਾ ਸਕਦੇ ਸੀਗੇ। ਬਿਲਕੁਲ ਬਿਲਕੁਲ, ਪਰ ਉਦੋਂ ਟਾਈਮ ਨਹੀਂ ਮਿਲਿਆ। ਜਦੋਂ ਫਾਇਰ ਹੋਇਆ ਉਦੋਂ ਟਾਈਮ ਨਹੀਂ ਮਿਲਿਆ ਵੀ ਇੱਧਰ ਪਹਿਲਾਂ ਟਾਈਮ ਹੈਗਾ ਸੀ। ਉਦੋਂ ਸਿੱਧੂ ਨੇ, ਇਹ ਵੀ 1 ਮਿੰਟ ਦੀ ਗੱਲ ਹੀ ਆ, ਇਹ ਗੱਲ ਹੋਣੀ ਕਿ ਮੇਰੇ ਕੋਲੇ ਵੈਪਨ ਹੈਗਾ, ਉਸ ਤੋਂ ਬਾਅਦ ਹੀ ਫਾਇਰ ਹੋ ਗਿਆ, ਉਦੋਂ ਹੀ ਫਾਇਰ ਹੋ ਗਿਆ। ਇਹ ਕਹਿੰਦੇ ਵੀ 1 ਮਿੰਟ ਦੀ ਗੱਲ ਹੀ ਹੋਊਗੀ, ਵੀ ਗੱਲ ਕਰੀ ਤੇ ਖਤਮ ਹੋਈ ਤੇ ਫਾਇਰ ਹੋ ਗਿਆ। ਹਾਂਜੀ, ਫਾਇਰਿੰਗ ਦੀ ਗੱਲ ਕਰੀਏ ਤਾਂ ਕਿੰਨੇ ਫਾਇਰ ਦੱਸ ਰਹੇ ਨੇ ਹੋ ਕਿ ਕਿੰਨੇ ਰਾਊਂਡ ਫਾਇਰ ਹੋਏ ਨੇ? ਘੱਟੋ ਘੱਟ 30-40 ਰਾਊਂਡ ਦੱਸਦੇ ਆ। ਵੀ ਐਂ ਲੱਗਦਾ ਸੀ ਜਿਵੇਂ ਆਪਾਂ ਨਹੀਂ ਦੀਵਾਲੀ ਵੇਲੇ ਇੱਕ ਲੜੀ ਨੂੰ, ਪਟਾਕਿਆਂ ਦੀ ਨੂੰ ਇੱਕ ਲੜੀ ਨੂੰ ਨਹੀਂ ਅੱਗ ਲਾ ਦਿੰਦੇ, ਇਸ ਤਰ੍ਹਾਂ ਫਾਇਰ ਹੋਏ ਆ, ਧੂੰਆਂ ਹੀ ਹੋ ਗਿਆ ਸੀ ਅੰਦਰ। ਇੱਕ ਉਹ ਹੋਰ ਦੱਸਦੇ ਆ ਕਿ ਲਖਵਿੰਦਰ ਨੇ ਕਿ ਮੇਰੇ ਜਦੋਂ ਗੋਲੀ ਲੱਗ ਗਈ, ਸਿੱਧੂ 'ਤੇ ਜ਼ਿਆਦਾ ਲੱਗੀਆਂ ਸੀ, ਗੋਲੀ ਬੰਦ ਹੋ ਗਈ। ਉਹ ਉੱਠਿਆ, ਕਿਉਂਕਿ ਉਹ ਸੀਟਾਂ ਦੇ ਦੋਨਾਂ ਦੇ ਵਿਚਾਲੇ, ਸਿੱਧੂ ਦੇ ਅਤੇ ਆਪਦੀ ਸੀਟ ਦੇ ਵਿਚਾਲੇ ਡਿੱਗਿਆ ਹੋਇਆ ਸੀ। ਕਹਿੰਦਾ ਮੈਂ ਸਿਰ ਚੱਕਿਆ ਵੀ ਹੁਣ ਤਾਂ ਚਲੇ ਗਏ, ਬਟ ਜਦੋਂ ਕਹਿੰਦਾ ਮੈਂ ਵੇਖਿਆ ਸਾਹਮਣੋਂ, ਉਹ ਫੇਰ ਤੁਰੇ ਆਉਂਦੇ ਸੀ ਗੋਲੀ ਬੰਦ ਹੋਣ ਤੋਂ ਬਾਅਦ, ਫੇਰ ਆ ਕੇ ਫਾਇਰਿੰਗ ਕਰਕੇ ਤਸੱਲੀ ਕਰਕੇ ਫੇਰ ਗਏ ਆ। ਵੀ ਜਾਣੀ ਕਿ ਉਹਨਾਂ ਨੇ ਡਰੇ ਨਹੀਂ, ਬੇਖੌਫ ਹੋ ਕੇ ਉਹਨਾਂ ਨੇ ਖੇਡ ਖੇਡੀ ਆ, ਅਤੇ ਕੋਈ ਨੇੜੇ ਨਹੀਂ ਆਇਆ। ਜਾਣੀ ਕਿ ਉਸ ਤੋਂ ਬਾਅਦ ਜਿਹੜੀ ਹੋਰ ਵੱਡੀ ਤਰਾਸਦੀ ਦੀ ਗੱਲ ਆ ਕਿ ਲੋਕ ਮੂਵੀ ਬਣਾਉਣ ਲੱਗ ਜਾਂਦੇ ਆ, ਫੋਟੋਆਂ ਖਿੱਚਣ ਲੱਗ ਜਾਂਦੇ ਆ। 25-30 ਮਿੰਟ ਸਿੱਧੂ ਦੇ ਇਹ ਵੀ ਖਰਾਬ ਹੋਏ ਆ, ਨਹੀਂ ਸ਼ਾਇਦ ਬਚ ਜਾਂਦਾ। ਜੇ ਗੁਰਪ੍ਰੀਤ ਜੀ ਗੱਲ ਕਰੀਏ ਇੰਸੀਡੈਂਟਸ ਦੀ, ਜਦੋਂ ਗੋਲੀਆਂ ਵੱਜਦੀਆਂ ਨੇ ਤਾਂ ਜੋ ਨਾਲ ਦੇ ਸਾਥੀ ਸੀ, ਉਹਨਾਂ ਦੇ ਵਿੱਚੋਂ ਕੋਈ ਪਹਿਚਾਣ ਸਕਦਾ? ਹੁਣ ਉਹ ਜਾਣਦਾ, ਉਹਨਾਂ ਨੂੰ ਤੁਸੀਂ ਪੁੱਛਿਆ ਹੋਊਗਾ ਕਿ ਸ਼ਕਲ ਕੋਈ ਜਿਹੜੇ ਸ਼ੂਟਰ ਮਾਰ ਰਹੇ ਸੀ? ਉਹ ਕਹਿੰਦੇ ਵੀ ਸਾਨੂੰ ਇੰਨਾ ਧੁੰਦਲਾ ਜਿਹਾ ਪਤਾ ਵੀ ਕਿਹੋ ਜਿਹੇ ਸੀਗੇ, ਵੀ ਮੈਨੂੰ ਲੱਗਦਾ ਸਾਹਮਣੇ ਆਉਣ 'ਤੇ ਪਛਾਣ ਸਕਣੇ। ਹਜੇ ਤਾਂ ਦੇਖੋ ਡਰੇ ਵੇ ਆ, ਮੌਤ ਦੇ ਛਾਏ 'ਚੋਂ ਆਏ ਆ, ਬਟ ਉਹ ਕਹਿੰਦੇ ਸੀ ਵੀ ਲੱਗਦਾ ਜਿਵੇਂ 30-32 ਸਾਲ ਦੇ ਜੰਗ ਹੁੰਦੇ ਆ ਜਿਹੜੇ ਗੋਲੀਆਂ ਚਲਾ ਰਹੇ ਆ, ਵੀ ਸਾਹਮਣੇ ਆਉਣ 'ਤੇ ਪਛਾਣ। ਮੂੰਹ ਬੰਨੇ ਸੀ ਕਿ ਮੂੰਹ ਨਹੀਂ ਬੰਨੇ? ਮੂੰਹ ਕੋਈ ਨਹੀਂ ਬੰਨੇ ਸੀ ਕਹਿੰਦੇ। ਜੇ ਗੱਲ ਕਰੀਏ ਤਾਂ ਫਾਇਰ ਜਿਹੜੇ ਹੋਏ ਨੇ, ਟਾਰਗੇਟ ਸਾਫ਼ ਆ ਲੱਗਦਾ ਕਿ ਸਿੱਧੂ ਮੂਸੇਵਾਲੇ ਨੂੰ ਕੀਤਾ, ਕਿਉਂਕਿ ਡਰਾਈਵਰ ਸੀਟ ਦੀ ਜਿਹੜੇ ਸਭ ਤੋਂ ਜ਼ਿਆਦਾ ਫਾਇਰ ਹੋਏ ਨੇ, ਸ਼ੀਸ਼ੇ 'ਤੇ ਵੀ ਲਾਈਏ ਤਾਂ ਸਾਈਡ ਵਿੰਡੋ 'ਤੇ ਵੀ ਲਾਈਏ, ਅਤੇ ਫਾਇਰਿੰਗ ਦੀ ਜਿਹੜੀ ਗੋਲੀ ਵਰਤੀ ਗਈ ਹੈ, ਕਹਿ ਰਹੇ ਨੇ ਕਿ ਆਟੋਮੈਟਿਕ ਹਥਿਆਰ ਸੀ। A97 ਦੀ ਵੀ ਚਰਚਾ ਚੱਲ ਰਹੀ ਹੈ। ਦੇਖੋ, ਜਿਹੜਾ ਡਾਕਟਰ ਸਾਹਿਬ ਵੀ ਇਹੀ ਕਹਿੰਦੇ ਆ ਵੀ ਜਿਹੜਾ ਵੈਪਨ ਯੂਜ਼ ਕੀਤਾ ਗਿਆ, ਵੀ ਜਿਵੇਂ ਬਲਾਸਟ, ਉਹੀ ਗੱਲ ਵੀ ਜਿਵੇਂ ਬਲਾਸਟ ਹੋ ਜਾਂਦਾ, ਇਸ ਤਰ੍ਹਾਂ ਇਹਨਾਂ ਦੇ ਲੋਥੜੇ ਉੱਡੇ ਹੋਏ ਆ, ਵੀ ਆਮ ਵੈਪਨ ਨਹੀਂ ਸੀ ਇਹ ਵੈਪਨ। ਦੂਜਾ ਜਿਹੜੀ ਉੱਥੇ ਤੁਸੀਂ ਜਿੱਥੇ ਅਕਰੈਂਸ ਹੋਈ ਆ, ਜਿੱਥੇ ਘਟਨਾ ਹੋਈ ਆ, ਉੱਥੇ ਵੀ ਤੁਸੀਂ ਵੇਖੋਗੇ ਸਮੈਂਟਡ ਕੌਲੇ ਆ ਜਿੱਥੇ ਫਾਇਰ ਲੱਗਦਾ, ਅਤੇ ਉੱਥੋਂ ਵੀ ਇੰਨਾ ਸਮੈਂਟ ਕੱਢਿਆ ਪਿਆ। ਇਹਦਾ ਮਤਲਬ ਵੈਪਨ ਦੀ ਰੇਂਜ, ਪਾਵਰ ਕਿੰਨੀ ਸੀ, ਅੱਗੇ ਜਾ ਕੇ ਗੇਟ ਤੱਕ ਵੱਜੇ ਹੋਏ ਆ। ਅਤੇ ਦੂਜਾ ਜਿਹੜਾ ਦੇਖੋ, ਉਹਨਾਂ ਨੂੰ ਸ਼ੂਟਰ ਸੀ, ਮੈਂ ਕਹਿ ਸਕਦਾ ਵੀ ਉਹਨਾਂ ਨੇ ਇੱਕੋ ਹੀ ਟਾਰਗੇਟ ਕੀਤਾ, ਇੱਕ ਜਗ੍ਹਾ 'ਤੇ ਦੇਖੋ ਕਿੰਨੇ ਫਾਇਰ ਮਾਰੇ ਵੇ, ਜਿਸ ਸਾਈਜ਼ ਸਿੱਧੂ ਸੀ, ਅਤੇ ਦੂਜਾ ਇਹ ਵੀ ਪਤਾ ਹੋਣਾ ਕਿ ਸਿੱਧੂ ਚਲਾਉਂਦਾ। ਇਹ ਸਾਰੀਆਂ ਗੱਲਾਂ ਕੋਈ ਐਵੇਂ ਆਮ ਗੱਲ ਨਹੀਂ, ਵੀ ਸਾਰੀ ਪ੍ਰੀ ਪਲੈਨਿੰਗ ਸੀ।
ਕਿਤੇ ਨਾ ਕਿਤੇ ਇਹ ਵੀ ਉਹਨਾਂ ਨੂੰ ਖਦਸ਼ਾ ਹੋ ਸਕਦਾ ਵੀ ਖਬਰੇ ਕਿ ਥਾਰ ਹੀ ਬੁਲਟ ਪ੍ਰੂਫ ਨਾ ਹੋਵੇ, ਜਿਸ ਹਿਸਾਬ ਨਾਲ ਉਹਨਾਂ ਨੇ ਬਾਰ-ਬਾਰ ਇੱਕੋ ਜਗ੍ਹਾ ਨੂੰ ਟਾਰਗੇਟ ਕੀਤਾ, ਕਿਉਂਕਿ ਜੇ ਬੁਲਟ ਪ੍ਰੂਫ ਵੀ ਹੈ ਤਾਂ ਜ਼ਿਆਦਾ ਗੋਲੀਆਂ ਜੇ ਇੱਕ ਸਪੋਟ ਤੇ ਮਾਰਦੇ ਆ ਤਾਂ ਉਹ ਅਸਰ ਘਟ ਜਾਂਦਾ ਉਹਦਾ। ਹੋ ਸਕਦਾ ਜਿਹੜਾ ਇਸ ਕੰਮ ਦਾ ਦੇਖੋ ਐਕਸਪਰਟ ਹੈਗਾ, ਜਿਹੜਾ ਸ਼ੂਟਰ ਹੈਗਾ, ਜਿਹੜਾ 24 ਘੰਟੇ ਇਹੀ ਕੰਮ ਕਰਦਾ, ਸ਼ਾਇਦ ਉਹਨਾਂ ਨੂੰ ਵੀ ਇਹ ਹੋਵੇ ਡਾਊਟ ਵੀ ਥਾਰ ਵੀ ਕਿਤੇ ਬੁਲਟ ਪ੍ਰੂਫ ਨਾ ਕਰਾਈ ਹੋਵੇ, ਇਸੇ ਕਰਕੇ ਇੱਕ ਜਗ੍ਹਾ ਨੂੰ ਟਾਰਗੇਟ ਕਰੀ ਗਏ ਆ। ਤੇ ਜਿਹੜਾ ਵੈਪਨ ਆ ਮੈਂ ਸੁਣਿਆ ਵੀ ਉਹ ਭਾਵੇਂ ਬੁਲਟ ਪ੍ਰੂਫ ਗੱਡੀ ਹੋਵੇ ਉਹਦੇ ਵਿੱਚ ਦੀ ਵੀ ਕਈ ਵਾਰੀ ਟੱਚ ਕਰ ਸਕਦਾ ਗਾ। ਸੋ ਸਾਰੀਆਂ ਗੱਲਾਂ ਹੀ ਆ ਜਿਸ ਨੇ ਅਸਲ ਦੇ ਵਿੱਚ ਪੰਜਾਬ ਦਾ ਸਪੂਤ ਸਾਡਾ, ਮੈਂ ਕਹਿੰਦਾ ਕਿ ਸਾਡੇ ਮਾਨਸਾ ਦਾ, ਪੰਜਾਬ ਦਾ ਮਾਣ ਜਿਹੜੀ ਹੈਗੀ ਆ ਇੰਡਸਟਰੀ ਦਾ, ਫਿਲਮੀ ਇੰਡਸਟਰੀ ਲਾ ਲਓ, ਸਿੰਗਿੰਗ ਇੰਡਸਟਰੀ ਲਾ ਲਓ, ਮਿਊਜ਼ਿਕ ਇੰਡਸਟਰੀ ਲਾ ਲਓ, ਉਹਦਾ ਇੱਕ ਉੱਭਰਦਾ ਸਿਤਾਰਾ ਚਲਿਆ ਗਿਆ। ਮੈਂ ਤਾਂ ਇਹੀ ਕਹਿੰਦਾ ਕਿ ਕਿੰਨਾ ਕੁ ਚਿਰ ਤੁਸੀਂ ਆਪਣੇ ਨੌਜਵਾਨਾਂ ਦੀ ਆਪਸ ਦੇ ਵਿੱਚ ਇਸ ਤਰ੍ਹਾਂ ਬਲੀ ਲਈ ਜਾਓਗੇ। ਚਾਹੇ ਸੰਦੀਪ ਨੰਗਲ ਅੰਬੀਆ ਸੀਗਾ, ਚਾਹੇ ਸਿੱਧੂ ਮੂਸੇਵਾਲਾ ਸੀਗਾ, ਚਾਹੇ ਵਿੱਕੀ ਮਿੱਡੂ ਖੇੜਾ ਸੀ, ਅਸੀਂ ਕਹਿੰਦੇ ਵੀ ਮੈਂ ਵੱਡਾ, ਮੈਂ ਦੀ ਲੜਾਈ 'ਚ ਏਜੰਸੀਆਂ ਲੜਾ ਕੇ ਮਾਰੀ ਜਾਂਦੀਆਂ। ਆ ਜੋ ਜਿਹੜੇ ਵੀ ਮੈਂ ਕਹਿੰਦਾ ਗਲਤ ਰਸਤੇ ਤੁਰੇ ਆ, ਪਛਤਾਵਾ ਕਰੋ। ਅੱਜ ਉਹ ਮਾਂ-ਬਾਪ ਦੇ ਹੰਝੂ ਵੇਖੋ ਜਿਨ੍ਹਾਂ ਨੇ ਵੀ ਕੀਤਾ ਗਾ। ਸਭ ਦੇ ਮਾਂ-ਬਾਪ ਹੋਣਗੇ, ਭਾਵੇਂ ਕਿੱਡਾ ਹੀ ਕ੍ਰਿਮੀਨਲ ਆਪਦੇ ਘਰ ਵੱਲ ਵੇਖਦਾ ਗਾ, ਉਹ ਮਾਂ-ਬਾਪ ਦੇ ਹੰਝੂ ਵੇਖੋ ਜਿਨ੍ਹਾਂ ਦਾ ਇਕੱਲਾ ਪੁੱਤ ਚਲਾ ਗਿਆ। ਕਾਹਦੀ ਹੈ ਸਰੀਕੇਬਾਜੀ, ਕਾਹਦਾ ਵੀ ਮੈਂ ਬੜੱਪਣ ਆ, ਵੀ ਮੈਂ ਵੱਡਾ, ਮੈਂ ਦੇ ਵਿੱਚ ਏਜੰਸੀਆਂ ਸਾਡੇ ਪੰਜਾਬੀਆਂ ਨੂੰ ਮਰਵਾਈ ਜਾਂਦੀਆਂ ਨੇ। ਤਾਂ ਜਿਹੜੇ ਵੀ ਇਸ ਗਲਤ ਰਸਤੇ ਤੁਰੇ ਆ, ਮੈਂ ਕਹਿੰਦਾ ਇਦੋਂ ਬਾਅਦ ਕੋਈ ਹੀਰਾ ਪੁੱਤ ਨਾ ਮਰੇ, ਨਹੀਂ ਇਹਦਾ ਐਂਡ ਤਾਂ ਹੋਣਾ ਨਹੀਂ। ਮੈਂ ਆਹ ਮਾਰਤਾ ਜਿਹੜੇ ਮਾਰੇ ਜਾ ਰਹੇ, ਕੀ ਸੰਦੀਪ ਨੰਗਲ ਅੰਬੀਆ ਦਾ ਕੀ ਕਸੂਰ ਸੀ ਕਿ ਉਹਨੇ ਮਾਂ ਖੇਡ ਪੰਜਾਬੀ ਨੂੰ ਉੱਚਾ ਚੱਕਿਆ? ਸਾਡੇ ਸਿੱਧੂ ਮੂਸੇਵਾਲੇ ਦਾ ਕੀ ਕਸੂਰ ਸੀ, ਉਹਨੇ ਸਾਡੀ ਇੰਡਸਟਰੀ ਨੂੰ ਉੱਚਾ ਚੱਕਿਆ, ਪੰਜਾਬ ਦਾ ਨਾਂ ਕਰਿਆ, ਸੱਚ ਬੋਲਿਆ। ਇਹਨਾਂ ਨੂੰ ਮਾਰ ਕੇ ਕੀ ਪ੍ਰਾਪਤੀ ਹੋ ਗਈ, ਮੈਨੂੰ ਇਹ ਸਮਝ ਨਹੀਂ ਆਉਂਦੀ। ਅਤੇ ਤਾਂ ਇੱਕ ਖੌਫ ਹੀ ਇਹਦਾ ਮਤਲਬ, ਨਾ ਕੋਈ ਗਾਹ ਨੂੰ ਅੱਗੇ ਤੋਂ ਸਿੰਗਿੰਗ ਲਾਈਨ 'ਚ ਸੱਚ ਬੋਲੇ, ਨਾ ਇਸ ਤਰ੍ਹਾਂ ਵੀ ਖੌਫ ਹੋ ਕੇ ਗਾਵੇ, ਨਾ ਸੰਦੀਪ ਨੰਗਲ ਅੰਬੀਆ ਵਾਂਗੂ ਖੇਡੇ ਕੋਈ ਪੰਜਾਬੀ ਜਿਹੜੀ ਸਾਡੀ ਆ ਹੈਗਾ ਕਬੱਡੀ ਵੀ ਮਾਰਤੀ, ਅੱਜ ਸਿੰਗਿੰਗ ਵੀ ਮਾਰਤੀ, ਮਿਊਜ਼ਿਕ ਇੰਡਸਟਰੀ ਵੀ ਮਾਰਤੀ। ਇਹ ਕਿੰਨਾ ਕੁ ਚਿਰ ਚੱਲੂਗਾ? ਜਿਹੜੇ ਵੀ ਗੁੰਮਰਾਹ ਹੋਏ ਨੌਜਵਾਨ, ਉਹਨਾਂ ਨੂੰ ਬੇਨਤੀ ਕਰਦਾ, ਨਾ ਮਾਵਾਂ ਦੀਆਂ ਕੁੱਖਾਂ ਸੁਣਨੀਆਂ ਕਰੋ, ਤੁਸੀਂ ਵੀ ਆ ਜਾਓ ਘਰ ਵਾਪਸੀ, ਨਹੀਂ ਇਸ ਰਾਹ ਦੇ ਉੱਤੇ ਮੌਤ ਹੀ ਆ। ਕਿੰਨਾ ਕੁ ਚਿਰ ਮੌਤ ਨਾਲ ਖੇਡੀ ਜਾਵਾਂਗੇ? ਜੇ ਗੱਲ ਕਰੀਏ ਆਪਾਂ ਇੰਸੀਡੈਂਟਸ ਦੀ ਆਉਣਾ, ਕਿਉਂਕਿ ਤੁਸੀਂ ਅੱਜ ਮਿਲ ਕੇ ਆਏ ਉਹਨਾਂ ਨੂੰ, ਅਤੇ ਜਦੋਂ ਮੈਗਜ਼ੀਨ ਸਿੱਧੂ ਮੂਸੇਵਾਲਾ ਕੋਲ ਵੀ ਆਪਾਂ ਗੱਲ ਕਰੀਏ ਤਾਂ ਉਹਨਾਂ ਕੋਲ ਵੀ ਲਾਇਸੈਂਸੀ ਹਥਿਆਰ ਹੈ, ਉਹਨਾਂ ਦੇ ਵੱਲੋਂ ਕਿੰਨੇ ਫਾਇਰ ਹੋਏ ਨੇ? ਉਹ ਸਿਰਫ 2 ਹੀ ਫਾਇਰ ਹੋਏ ਨੇ। ਇੱਕ ਦਿਨ ਪਹਿਲਾਂ ਦੱਸਦੇ ਆ ਕਿ ਉਹਨੂੰ ਸ਼ੌਂਕ ਸੀ, ਉਹਨੇ ਫਾਇਰ ਕੱਢੇ ਆ। ਸ਼ਾਇਦ ਮੈਨੂੰ ਲੱਗਦਾ ਵੀ ਸਾਰਾ ਕੋਇਨਸੀਡੈਂਟ ਨਹੀਂ, ਜਦੋਂ ਕਹਿੰਦੇ ਹੋਣੀ ਹੁੰਦੀ ਆ ਅਤੇ ਨਹੀਂ, ਉਹ ਬੜਾ ਅਲਰਟ ਰਹਿੰਦਾ ਸੀ। ਤਾਂ ਉਹ ਮੈਨੂੰ ਲੱਗਦਾ ਉਹਨੂੰ ਲੱਗਦਾ ਸੀ ਕਿ ਮੇਰਾ ਲੋਡਡ ਆ, ਪਰ ਉਹ ਇੱਕ ਦਿਨ ਪਹਿਲਾਂ ਕਹਿੰਦੇ ਬੈਠਾ ਸ਼ੌਂਕ ਉਹਨਾਂ ਨੇ ਫਾਇਰ ਕੱਢੇ। ਮੈਗਜ਼ੀਨ ਵੀ ਨਾਲ ਰੱਖਦਾ ਸੀ, ਪਰ ਉਸ ਦਿਨ ਦੇਖੋ ਮੈਗਜ਼ੀਨ ਵੀ ਨਾਲ ਨਹੀਂ ਸੀ, ਉਹ ਕਿਸੇ ਦੋਸਤ ਕੋਲੇ ਰਹਿ ਗਏ। ਸੋ ਸਾਰੀਆਂ ਗੱਲਾਂ ਘਟਨਾਵਾਂ ਦਾ ਇਹਦਾ ਮਤਲਬ ਕਿਤੇ ਨਾ ਕਿਤੇ ਸਾਨੂੰ ਉਸ ਹੋਣੀ ਦਾ ਵੀ ਮੰਨਣਾ ਪਊਗਾ ਵੀ ਜਿਵੇਂ ਕੋਈ ਕਾਰਨ ਸੀਗਾ, ਵੀ ਸਾਰੀਆਂ ਗੱਲਾਂ ਕਿਵੇਂ ਤੱਥ ਨਾਲ ਤੱਥ ਜੁੜੇ। ਇੱਕ ਗੁਰਪ੍ਰੀਤ ਜੀ, ਲਾਸਟ ਉਹਨਾਂ ਨੇ ਗੱਲ ਕੀਤੀ ਕੋਈ, ਜਾਂ ਦੱਸਿਆ ਹੋਵੇ ਕਿ ਜਦੋਂ ਫਾਇਰ ਵੱਜੇ, ਜਦੋਂ ਸ਼ੂਟਰ ਚਲੇ ਗਏ, ਕੋਈ ਤਿੰਨਾਂ ਦੇ ਵਿੱਚੋਂ ਆਪਸ ਦੇ ਵਿੱਚ ਕੋਈ ਕਮਿਊਨੀਕੇਸ਼ਨ ਹੋਈ ਉਹਨਾਂ ਦੀ? ਨਹੀਂ, ਬਾਅਦ 'ਚ ਨਹੀਂ ਉਹ ਕਹਿੰਦੇ ਹੋਈ। ਕਿਹੜਾ ਸਿੱਧੂ ਮੂਸੇਵਾਲੇ ਨੇ ਕਹਿੰਦੇ ਅੱਖਾਂ ਖੋਲ੍ਹੀਆਂ ਨੇ, ਵੀ ਉਹ ਦੱਸਦੇ ਵੀ ਅੱਖਾਂ ਖੋਲ੍ਹੀਆਂ, ਬੋਲਿਆ ਨਹੀਂ ਗਿਆ। ਲਾਸਟ ਗੱਲ ਤਾਂ ਉਹ ਇੰਨੀ ਕੁ ਹੋਈ ਆ ਵੀ ਆਪਣੇ ਕੋਲੇ ਵੀ ਵੈਪਨ ਹੈਗਾ। ਇਸ ਤੋਂ ਬਾਅਦ ਸਿਰਫ ਅੱਖਾਂ ਨਾਲ ਦੇਖਿਆ, ਬਸ ਹਾਲਾਤ ਗੋਲੀ ਚੱਲ ਗਈ ਅਤੇ ਅੱਖਾਂ ਜ਼ਰੂਰ ਖੋਲ੍ਹੀਆਂ ਇੱਕ ਵਾਰੀ, ਕਹਿੰਦੇ ਵੀ ਅੱਖਾਂ ਪੱਟੀਆਂ ਨੇ ਉੱਥੇ, ਬਟ ਵੀ ਫੇਰ ਗੱਲ ਨਹੀਂ ਕੋਈ ਹੋਈ। ਅਤੇ ਉਹਦੀ ਬੁੱਕਲ 'ਚ ਇਸ ਸਾਈਡ ਗੁਰਪ੍ਰੀਤ ਦੀ ਬੁੱਕਲ 'ਚ ਹੀ ਪਿਆ ਸੀ ਉਹ, ਸ਼ਾਇਦ ਮੈਨੂੰ ਲੱਗਦਾ ਉਹਦੀ ਬੁੱਕਲ 'ਚ ਡਿੱਗਣਾ ਵੀ ਉਹਦੀ ਜਾਨ ਬਚਾ ਗਿਆ, ਗੁਰਪ੍ਰੀਤ ਵਾਲੀ ਸਾਈਡ। ਉਹ ਵੀ ਇੱਕ ਰੀਜ਼ਨ ਸੀ। ਕਿਵੇਂ ਦੇਖਦੇ ਹੋ ਗੁਰਪ੍ਰੀਤ ਜੀ, ਕਿਉਂਕਿ ਸੰਸਕਾਰ 'ਤੇ ਵੀ ਲਗਾਤਾਰ ਲੋਕ ਜਦੋਂ ਆਏ ਤਾਂ ਇਹ ਵੀ ਸਵਾਲ ਚੁੱਕੇ ਕਿ ਲੋਕਾਂ ਨੇ ਕਿਹਾ ਕਿ ਕੋਈ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਇਕ ਉੱਥੇ ਕੋਈ ਨਹੀਂ ਗਿਆ, ਹਾਲਾਂਕਿ ਤੁਸੀਂ ਜਾ ਕੇ ਆਏ ਹੋ, ਕਹਿੰਦੇ ਕੋਈ ਨਹੀਂ ਆਇਆ, ਕੋਈ ਲੀਡਰਸ਼ਿਪ 'ਚੋਂ। ਦੇਖੋ, ਸਿੱਧੂ ਮੂਸੇਵਾਲਾ ਕਿਸੇ ਇੱਕ ਪਾਰਟੀ ਦਾ ਨਹੀਂ ਸੀ, ਸਮੁੱਚੇ ਪੰਜਾਬ ਦਾ ਸੀਗਾ, ਸਾਰੇ ਪੰਜਾਬੀਆਂ ਦਾ ਸੀਗਾ। ਮੈਂ ਕਹਿੰਦਾ ਮੇਰੇ ਤੋਂ ਵੱਧ ਕੋਈ ਉਹਦਾ ਦੋਸਤ ਵੀ ਨਹੀਂ ਹੋਣਾ, ਅਸੀਂ ਦੁੱਖ ਸੁੱਖ ਵੀ ਸਾਂਝਾ ਕਰਦੇ, ਪਰਿਵਾਰ ਨਾਲ ਵੀ ਸਾਂਝ ਹੈਗੀ ਆ, ਨੇੜੇ ਦੇ ਆ, ਇਕੱਠੇ ਆ। ਬਟ ਜਿਹੜਾ ਉੱਥੇ ਦਿਖਾਵਾ ਕੀਤਾ ਗਿਆ, ਜਿਹੜੇ ਹਾਲਾਤ ਪੈਦਾ ਕੀਤੇ ਗਏ, ਇੱਕ ਪਾਰਟੀ ਨੂੰ ਟਾਰਗੇਟ ਕੀਤਾ ਗਿਆ, ਉੱਥੇ ਸਾਡੀ ਭਾਵੇਂ ਸਾਡਾ ਉੱਥੇ ਕੋਈ ਨਹੀਂ ਗਿਆ, ਬਟ ਪਰਿਵਾਰ ਦੇ ਨਾਲ CM ਸਾਹਿਬ ਦੀ ਗੱਲ ਹੋਈ ਆ, ਬਿਲਕੁਲ ਹੋਈ ਹੈਗੀ। CM ਸਾਹਿਬ ਲਗਾਤਾਰ ਸੰਪਰਕ 'ਚ ਸੀ, ਪਿਤਾ ਜੀ ਬਲਕੌਰ ਸਿੰਘ ਨਾਲ ਗੱਲ ਕਰਦੇ ਸੀ, ਹੋਈ ਆ ਉਹਨਾਂ ਨਾਲ, ਅਸੀਂ ਟੱਚ ਦੇ ਵਿੱਚ ਸੀ। ਭਗਵੰਤ ਮਾਨ ਹੋਣਾ ਦੀ ਗੱਲ ਹੋਈ ਹੈ? ਬਿਲਕੁਲ ਹੋਈ ਆ, ਬਿਲਕੁਲ ਪਿਤਾ ਜੀ ਨਾਲ ਹੋਈ ਆ, ਬਲਕੌਰ ਸਿੰਘ ਜੀ ਨਾਲ, ਉਹਨਾਂ ਨੂੰ ਪਤਾ ਗੱਲ ਹੋਈ ਹੈਗੀ। ਉਹਨਾਂ ਨੇ ਕਿਹਾ ਵੀ ਸਾਰਾ ਕੁਛ ਕਰਾਂਗੇ। ਬਟ ਜੇ ਅਸੀਂ ਉੱਥੇ ਜਾਂਦੇ ਸੀ, ਮੈਂ ਆਪ ਜਾਣਾ ਚਾਹੁੰਦਾ ਸੀਗਾ ਦੋਨੇ ਦਿਨ, ਕਿਉਂਕਿ ਮੇਰੇ ਤੋਂ ਨੇੜੇ ਤਾਂ ਹੈ ਨਹੀਂ ਸੀ, ਤਾਂ ਅਸੀਂ ਪਰਿਵਾਰ ਨੂੰ ਇਹ ਆਖਿਆ ਵੀ ਅਸੀਂ ਇੱਥੇ ਨਿਊਸੈਂਸ ਕ੍ਰੀਏਟ ਨਹੀਂ ਕਰਨਾ ਚਾਹੁੰਦੇ, ਕਿਉਂਕਿ ਦੋਨੋਂ ਸਦਮੇ 'ਚ ਸੀ, ਮਾਤਾ ਪਿਤਾ, ਅਤੇ ਜਾਂਦੇ ਕੋਈ ਉੱਥੇ ਰੌਲਾ ਪੈਂਦਾ,
ਉਹਦੇ ਸੰਸਕਾਰ 'ਤੇ ਵੀ ਕੋਈ ਇਸ਼ੂ ਬਣਦਾ ਸੀ, ਬਣਾਉਣਾ ਨਹੀਂ ਚਾਹੁੰਦੇ ਸੀਗੇ। ਇਸ ਤੋਂ ਬਾਅਦ ਜਦੋਂ ਵੀ ਦੇਖੇ ਸੰਸਕਾਰ, ਮੈਂ ਘਰੇ ਜਾ ਕੇ ਆਇਆਗਾ, ਮੇਰੀ ਪਰਿਵਾਰ ਨਾਲ ਅੱਜ ਅਸਥੀਆਂ ਚੁੱਕੀਆਂ ਨੇ, ਅਸਥੀਆਂ ਚੁੱਕ ਕੇ ਪ੍ਰਕਾਸ਼ ਕਰਾਇਆ, ਫਿਰ ਅਸਥੀਆਂ ਨੂੰ ਤੋਰਿਆ ਗਿਆ ਕੀਰਤਪੁਰ ਸਾਹਿਬ। ਉਨਾ ਚਿਰ ਮੈਂ ਉੱਥੇ ਹਾਜ਼ਰ ਰਿਹਾ। ਹੁਣ ਪਤਾ ਲੈ ਕੇ ਆਇਆ ਦੋਨਾਂ ਦੋਸਤਾਂ ਦਾ, ਉਹਨਾਂ ਦਾ। ਫਿਰ ਉਹਨਾਂ ਦਾ ਜਿਹੜਾ ਇਲਾਜ ਹੈਗਾ, ਪੰਜਾਬ ਸਰਕਾਰ ਵੱਲੋਂ ਮੈਂ ਬੇਨਤੀ ਕੀਤੀ CM ਸਾਹਿਬ ਨੂੰ ਕਿ ਇਹਨਾਂ ਦਾ ਇਲਾਜ ਹੈ ਜਿਹੜਾ ਮੁਫਤ। ਉਹਨਾਂ ਨੇ ਆਪ ਹੀ ਕਹਿਤਾ ਸੀਗਾ ਕਿ ਇਲਾਜ ਦਾ ਕੋਈ, ਉਹਨਾਂ ਨੂੰ ਅਸੀਂ ਕਹਿਤਾ ਵੀ ਤੁਹਾਡਾ ਇਲਾਜ ਵੀ ਪੰਜਾਬ ਸਰਕਾਰ ਕਰਾਊਗੀ। ਇਸੇ ਤਰ੍ਹਾਂ ਜਿਹੜੇ ਦੋਸ਼ੀ ਹੈਗੇ, ਮੈਂ ਪੰਜਾਬ ਸਰਕਾਰ ਤਰਫੋਂ ਕਹਿੰਦਾ ਕੋਈ ਦੋਸ਼ੀ ਹੈ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ। ਕੜੀ ਦਰ ਕੜੀ ਜੋੜੀ ਜਾਂਦੀ ਹੈ। ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ, ਬਹੁਤ ਸਾਰੀ ਕਲਿਊ ਮਿਲ ਗਏ, ਪਰ ਆਪਾਂ ਹੁਣ ਦੱਸ ਨਹੀਂ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਆ ਗਈ। ਤੁਸੀਂ ਆਪ ਹੀ ਵੇਖੋਗੇ ਛੇਤੀ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਪਰ ਮੈਂ ਫੇਰ ਕਹਿੰਦਾ ਜਿਹੜੇ ਵੀ ਇਹ ਲੱਗੇ ਵੇ ਕਿਰਾਏ, ਉਹ ਵੀ ਪੰਜਾਬ ਦੇ ਪੁੱਤ ਹੀ ਆ। ਇੱਕ ਦੂਜੇ ਨੂੰ ਕਿੰਨਾ ਕੁ ਚਿਰ ਮਾਰੋਗੇ? ਜਿਹੜਾ ਸਾਡਾ ਨਾਂ ਚਮਕਾਉਣ ਵਾਲਾ, ਇਹਦਾ ਮਤਲਬ ਮੈਂ ਘਰੇ ਬਹਿ ਜਾ। ਹੁਣ ਹਰੇਕ ਬੰਦਾ ਸੋਚਦਾ, ਇਹਦਾ ਜੂਸ ਸੋਚਦਾ ਵੀ ਮੈਂ ਨਾਂ ਨਾ, ਆਪਾਂ ਕਾਹਦੇ ਵਾਸਤੇ ਤੁਰੇ ਫਿਰਦੇ ਹਾਂ ਕਿ ਮੇਰਾ ਨਾਂ ਬਣੇ, ਮੇਰੇ ਕੋਲ 4 ਪੈਸੇ ਹੁਣ, ਕਮਾਈ ਹੋਵੇ ਹੱਕ ਦੀ, ਅਤੇ ਉਹ ਹੱਕ ਦੀ ਕਮਾਈ 'ਤੇ ਵੀ ਤੁਸੀਂ ਉਹਨੂੰ ਮਾਰੋਗੇ, ਨਾਂ ਬਣਾਉਣ 'ਤੇ ਵੀ ਮਾਰੋਗੇ, ਅਤੇ ਫਿਰ ਇਨਸਾਨ ਇਹ ਕਰੂਗਾ ਕੀ? ਇਹ ਬੜਾ ਅੱਜ ਕੁਐਸਚਨ ਮਾਰਕ ਲੱਗ ਗਿਆ ਕਿ ਫੇਮਸ ਬੰਦਿਆਂ ਨੂੰ ਈਜੀ ਟਾਰਗੇਟ ਬਣਾ ਕੇ ਮਾਰ ਦਿਓ। ਕਬੱਡੀ ਦਾ ਖਿਡਾਰੀ ਗਰਾਊਂਡ 'ਚ ਤਾਂ ਜਾਊਗਾ ਹੀ ਜਾਊਗਾ। ਸਿੰਗਰ ਆ ਜਿਹੜਾ ਗਾਉਣ ਵਾਲਾ, ਉਹ ਲੋਕਾਂ ਨੂੰ ਮਿਲੂਗਾ ਹੀ ਮਿਲੂਗਾ। ਇੱਕ ਪੋਲੀਟੀਕਲ ਬੰਦਾ, ਅਸੀਂ ਪਬਲਿਕ 'ਚ ਜਾਵਾਂਗੇ ਜਾਵਾਂਗੇ। ਜੇ ਟਾਰਗੇਟ ਬਣਾ ਕੇ ਮਾਰੀ ਜਾਓਗੇ, ਜੇ ਉਹਦੇ ਨਾਲ ਕੁਛ ਹਾਸਲ ਹੁੰਦਾ, ਦੱਸ ਦਿਓ। ਹਾਸਲ ਤਾਂ ਇਹ ਹੋਣਾ ਵੀ ਅਸੀਂ ਪੰਜਾਬ ਦੀ ਜਵਾਨੀ ਦੇ ਹੀਰੇ ਮਾਰੀ ਜਾਂਦੇ ਹਾਂ, ਜੋ ਪੰਜਾਬ ਦੀ ਗੱਲ ਕਰਦੇ ਆ। ਇਨਵੈਸਟੀਗੇਸ਼ਨ ਲਈ ਸੈੱਟ ਬਣਾਈ ਗਈ ਹੈ ਅਤੇ ਮਾਨਸਾ ਦੇ SSP ਵੀ ਉਹਨਾਂ ਦੇ ਮੈਂਬਰ ਨੇ। ਕਿੱਥੇ ਕੁ ਤੱਕ ਜਿਹੜੀ ਹੈ ਇਨਵੈਸਟੀਗੇਸ਼ਨ ਅਜੇ ਤੱਕ ਪਹੁੰਚ ਚੁੱਕੀ ਹੈ? ਤੁਹਾਡੀ ਤਾਂ ਗੱਲ ਹੁੰਦੀ ਹੋਊਗੀ। ਦੇਖੋ ਗੱਲ ਹੁੰਦੀ ਆ, ਅਸੀਂ ਇੱਕੋ ਗੱਲ ਕਹਿ ਸਕਦਾ ਵੀ ਮੈਂ ਹੁਣ ਨਹੀਂ ਦੱਸ ਸਕਦਾ। ਕੜੀ ਦਰ ਕੜੀ ਜੁੜ ਗਈ, ਬੜੀ ਛੇਤੀ ਹੀ ਜੋ ਕੁਛ ਹੋਇਆ ਤੁਹਾਡੇ ਸਾਰੇ ਸਾਹਮਣੇ ਆ ਜਾਊਗਾ। ਸੀਕ੍ਰੇਟ ਇਸ ਲਈ ਰੱਖਿਆ ਜਾਂਦਾ ਕਿ ਕਿਉਂਕਿ ਕ੍ਰਿਮੀਨਲ ਬੰਦੇ ਅਲਰਟ ਹੋ ਜਾਂਦੇ ਆ, ਪਤਾ ਨਹੀਂ ਲੱਗਣਾ ਚਾਹੀਦਾ। ਬਟ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ 'ਤੇ, ਪੰਜਾਬ ਪੁਲਿਸ 'ਤੇ, ਸਾਡੀ ਸਰਕਾਰ 'ਤੇ ਇਹ ਤੁਹਾਨੂੰ ਦੱਸ ਸਕਦੇ ਹਾਂ ਸਾਰੇ ਪੰਜਾਬੀਆਂ ਨੂੰ ਕਿ ਅਸੀਂ ਛੇਤੀ ਤੋਂ ਛੇਤੀ ਇਹ ਸਾਰਾ ਕੀ ਕਿਤੇ ਯੋਜਨਾ ਬਣੀ, ਕਿਹਨੇ ਕਿਹਨੇ ਇਹਨਾਂ ਨੂੰ ਸ਼ਰਨ ਦਿੱਤੀ, ਕੌਣ ਕੌਣ ਵਿੱਚ ਸੀ, ਸਾਰੇ ਦੋਸ਼ੀ ਸਾਹਮਣੇ ਆਉਣਗੇ। ਇਹ ਸਾਡਾ ਫਰਜ਼ ਆ ਕਿ ਸਾਡਾ ਇੱਕ ਡੁੱਬਦਾ ਹੋਇਆ ਸਿਤਾਰਾ ਗਿਆ ਗਾ, ਅਤੇ ਪੰਜਾਬ ਸਰਕਾਰ ਦਾ ਫਰਜ਼ ਆ ਲਾ ਐਂਡ ਆਰਡਰ ਮੇਨਟੇਨ ਰੱਖਣਾ। ਦੂਜਾ ਮੈਂ ਬੇਨਤੀ ਕਰਦਾ ਵਿਰੋਧੀ ਪਾਰਟੀਆਂ ਨੂੰ ਕਿ ਸਨਸਨੀ ਨਾ ਬਣਾਇਆ ਕਰੋ। ਅੱਜ ਕਨੈਕਟਰ ਦੀ ਇੱਕ ਲੜਾਈ ਹੋਈ ਕਿ ਬੱਸ ਹੀ ਹਾਈਜੈਕ ਕਰ ਲਈ, ਇਹ ਕਈ ਗੱਲਾਂ ਹੁਣ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਾ ਐਂਡ ਆਰਡਰ ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਇਹਦੇ ਹੀ ਇੱਕ ਦੂਜੇ ਦਾ ਮਜ਼ਾਕ ਉਡਾਉਣ ਦੀ ਬਜਾਏ, ਸਰਕਾਰ ਨੂੰ ਡੀਗ੍ਰੇਡ ਕਰਨ ਦੀ ਬਜਾਏ ਸਾਰੇ ਸੰਯੋਗ ਕਰੋ। ਹੁਣ ਕ੍ਰਿਮੀਨਲ ਅੱਜ ਤਾਂ 2 ਮਹੀਨਿਆਂ 'ਚ ਪੈਦਾ ਨਹੀਂ ਹੋ ਗਏ, ਗੈਂਗਸਟਰ ਅੱਜ ਤਾਂ ਪੈਦਾ ਨਹੀਂ ਹੋ ਗਏ, ਚੱਲੇ ਤਾਂ ਸਿਸਟਮ ਆਉਂਦਾ। ਇਹ ਸਿਸਟਮ ਤੋੜਨ ਲਈ ਟਾਈਮ ਵੀ ਲੱਗੂਗਾ ਅਤੇ ਸੰਯੋਗ ਵੀ ਜ਼ਰੂਰੀ ਆ। ਅਤੇ ਪੰਜਾਬ ਸਰਕਾਰ ਇਹ ਬਿਲਕੁਲ ਅਵੇਸਲੀ ਨਹੀਂ ਬੈਠੂਗੀ, ਸਾਰਿਆਂ ਦਾ ਸੰਯੋਗ। ਹੁਣ ਸਿਟਿੰਗ ਜੱਜ ਦੀ ਇਨਕੁਆਇਰੀ ਕਹੀ ਸੀ ਪਰਿਵਾਰ ਨੇ, ਅਸੀਂ ਮੰਨੀ, ਹਾਈ ਕੋਰਟ ਦੇ ਸਿਟਿੰਗ ਜੱਜ। ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਜਾਊਗਾ? ਗੱਲਾਂ ਚੱਲ ਰਹੀਆਂ ਨੇ ਕਿ ਮਾਨਸਾ ਲਿਆਂਦਾ ਜਾਊ ਪ੍ਰੋਡਕਸ਼ਨ ਬਣਨ 'ਤੇ। ਮੈਂ ਦੇਖੋ ਮੇਰੀ ਗੱਲ ਤਾਂ ਨਹੀਂ ਹੋਈ, ਬਟ ਮੈਂ ਜਿਵੇਂ ਨਿਊਜ਼ 'ਤੇ ਵੇਖਿਆਗਾ, ਮਾਨਸਾ ਦੇ SSP ਸਾਹਿਬ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਬਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਊਗੀ। ਭਾਵੇਂ ਕੋਈ ਵੀ ਹੋਵੇ, ਇਹਨੂੰ ਕੜੀ ਨੂੰ ਜੋੜਿਆ ਜਾਊਗਾ। ਜਿਹੜਾ ਵੀ ਦੋਸ਼ੀ ਹੈ, ਤੁਹਾਨੂੰ ਕਹਿਤਾ ਕਿੱਡਾ ਵੱਡਾ ਹੋਵੇ, ਉਸ ਨੂੰ ਸਜ਼ਾ ਦਿੱਤੀ ਜਾਊ। ਸਿਕਿਉਰਿਟੀ ਨੂੰ ਲੈ ਕੇ ਇੱਕ ਬੜਾ ਇਸ਼ੂ ਹੋਇਆ ਕਿ ਸਿਕਿਉਰਿਟੀ ਘਟਾਈ ਗਈ ਤਾਂ ਹੀ ਇਹ ਘਟਨਾ ਵਾਪਰੀ ਹੈ, ਕੀ ਕਹੋਗੇ? ਦੇਖੋ ਮੈਂ ਇੱਕ ਗੱਲ ਕਹਿਣਾ ਕਿ ਸਿਕਿਉਰਿਟੀ ਦਾ ਜਿਹੜਾ ਇਹ ਜਦੋਂ ਵੀ ਕੋਈ ਸਿਕਿਉਰਿਟੀ ਦੀ ਲੋੜ ਪੈਂਦੀ ਹੈ, ਪੁਲਿਸ ਕਿਤੇ ਡਿਪਲਾਈ ਕਰਨੀ ਹੈਗੀ, ਜਿਵੇਂ ਹੁਣ ਹੈਗਾ ਆਪਰੇਸ਼ਨ ਬਲੂ ਸਟਾਰ ਆ ਗਿਆ, ਜਾਂ ਕਿਤੇ ਕੋਇਨਸੀਡੈਂਟ ਕਿਤੇ ਕੋਈ ਵੱਡੀ ਘਟਨਾ ਹੋ ਜਾਂਦੀ ਆ, ਤਾਂ ਉੱਥੋਂ ਪੁਲਿਸ ਦੀ ਲੋੜ ਪੈਂਦੀ ਆ। ਉਸ ਇਹ ਰੂਟੀਨ 'ਚ ਹੁੰਦਾ ਵੀ ਜਿਹਦੇ ਕੋਲ 6 ਆ 3 ਲੈ ਲਓ, 2 ਆ 1 ਲੈ ਲਓ, ਫਾਰ ਦੀ ਟਾਈਮ ਬੀਇੰਗ। ਜਿੰਨਾ ਚਿਰ ਜਿਵੇਂ ਹੁਣ 6 ਤੱਕ ਘੱਲੂਘਾਰਾ ਦਿਵਸ ਚੱਲਣਾ ਸੀ, ਤਾਂ ਉੱਥੋਂ ਚੱਕੇ ਗਏ, ਕਿਸੇ ਜਿਹਦੇ ਕੋਲ 6 ਸੀ 3, 2 ਤੋਂ 1 ਚੱਕ ਲਿਆ, ਰੂਟੀਨ ਮੈਟਰ ਆ। ਬਟ ਮੈਂ ਹੁਣ ਇਹ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਇਸ ਕੇਸ 'ਚ ਹੋਇਆ, ਇਹਨੂੰ ਰੂਟੀਨ ਨਹੀਂ ਲੈਣਾ ਚਾਹੀਦਾ ਵੀ 3 ਆ 4 ਆ 2 ਚੱਕ ਲਓ। ਜਿਹੜੀ ਗੱਲ ਇਹ ਹੋ ਰਹੀ ਹੈ ਕਿ ਕਹਿੰਦੇ ਕਿ ਮਤਲਬ ਸਿਕਿਉਰਿਟੀ ਤਾਂ ਘਟਾਈ, ਲੇਕਿਨ ਉਸ ਤੋਂ ਬਾਅਦ ਗੱਲ ਇਹ ਹੋਈ ਕਿ ਉਹਨੂੰ ਨਸ਼ਰ ਕਰਤਾ। ਮੈਂ ਦੋਨੇ ਗੱਲਾਂ 'ਤੇ ਆਉਣਾ ਨਾ, ਮੈਂ ਦੋਨੇ ਗੱਲਾਂ 'ਤੇ ਆਉਣਾ। ਮੈਂ ਅੱਜ ਆਪਣੀ ਗੱਲ ਨਹੀਂ ਕਰਦਾ, ਪਹਿਲਾਂ ਵੀ ਹੁੰਦਾ ਰਿਹਾ, ਪਿੱਛੋਂ ਵੇਖ ਲਓ ਵੀ 4 'ਚੋਂ 2 ਚੱਕ ਲਓ, ਜਦੋਂ ਲੋੜ ਪੈ ਗਈ 2 'ਚੋਂ 1 ਚੱਕ ਲਓ। ਇਹ ਨਹੀਂ ਹੋਣਾ ਚਾਹੀਦਾ। ਘੱਟੋ ਘੱਟ ਉਹਦਾ ਰਿਵਿਊ ਤਾਂ ਹੋਣਾ ਚਾਹੀਦਾ ਨਾ ਏਜੰਸੀਆਂ ਕੋਲੇ ਵੀ ਇਹਨੂੰ 2 ਦੀ ਲੋੜ ਵੀ ਆ। ਜੇ ਅੱਜ ਘੱਲੂਘਾਰੇ ਵਾਲੇ ਦਿਨ ਕੇਰਾਂ 2 ਚੱਕ ਲਏ, ਤਾਂ ਜੇ ਉਹਨਾਂ ਦਿਨਾਂ 'ਚ ਕੁਛ ਹੋ ਗਿਆ, ਇਹਨੂੰ ਰੂਟੀਨ 'ਚ ਨਹੀਂ ਲੈਣਾ ਚਾਹੀਦਾ। ਦੂਜਾ ਜਿਹੜਾ ਇਹ ਅਤੀ ਸੀਕਰੇਟ ਡਾਕੂਮੈਂਟ ਆ, ਮੈਂ ਕਹਿਣਾ ਚਾਹੁੰਦਾ ਵੀ ਸੀਕਰੇਟ ਡਾਕੂਮੈਂਟ ਹੈ। ਦੇਖੋ ਇਹ ਆਉਂਦਾ ਬਟ ਬਹੁਤ ਥਾਂ ਜਦੋਂ ਆਰਡਰ ਹੁੰਦੇ ਆ ਤਾਂ ਫਲੈਸ਼ ਹੁੰਦੇ ਆ ਆਰਡਰ, ਉਹ ਸੰਬੰਧਿਤ SSP ਸਾਹਿਬਾਨ ਨੂੰ ਵੀ ਆਉਣਗੇ ਆਫਿਸ ਦੇ ਵਿੱਚ, ਜਿੱਥੋਂ ਦੇ ਬਟਾਲੀਅਨ ਦੇ ਦਿੱਤੇ ਹੋਏ ਆ ਸਿਕਿਉਰਿਟੀ ਗਾਰਡ, ਉਹਨਾਂ ਬਟਾਲੀਅਨ 'ਚ ਵੀ ਜਾਣਗੇ। ਜਿਹੜਾ ਸੰਬੰਧਿਤ ਬੰਦਾ ਆਰਡਰ, ਉਹਦੇ ਕੋਲੇ ਵੀ ਆਉਣਗੇ ਵੀ ਤੇਰੇ ਨਾਲ ਵਿਡਰਾ ਕਰ ਲੈ। ਬਟ ਇਹ ਸੀਕਰੇਟ ਡਾਕੂਮੈਂਟ ਕਿੱਥੋਂ ਲੀਕ ਹੁੰਦਾ, ਅੱਗੇ ਤੋਂ ਲੀਕ ਨਾ ਹੋਵੇ, ਇਹਦੀ ਜ਼ਿੰਮੇਵਾਰੀ ਮੈਂ ਕਹਿੰਦਾ ਵੀ ਜ਼ਰੂਰ ਫਿਕਸ ਕਰਨੀ ਚਾਹੀਦੀ, ਤਾਂ ਕਿ ਜਿਹੜੇ ਕ੍ਰਿਮੀਨਲ ਬੰਦੇ ਦਾ ਫਾਇਦਾ ਨਾ ਉਠਾ ਸਕਣ। ਇਹ ਗੱਲ ਪਬਲਿਸ਼ ਨਹੀਂ ਹੋਣੀ ਚਾਹੀਦੀ। ਜੇ ਹੋਈ ਆ, ਮੈਂ ਕਹਿੰਦਾ
ਵੀ ਮੈਂ ਪੰਜਾਬ ਸਰਕਾਰ ਨੂੰ ਵੀ ਕਹਿੰਦਾ ਵਿਧਾਇਕ ਹੋਣ ਦੇ ਨਾਤੇ ਵੀ ਜਿਹੜਾ ਵੀ ਇਹਦਾ ਕੋਈ ਰਿਸਪੌਂਸੀਬਲ ਹੈ, ਜਿੱਥੋਂ ਵੀ ਲੀਕ ਹੋਈ ਹੈ ਇਨਕੁਆਇਰੀ ਕਰਕੇ ਉਹਦੀ ਸਜ਼ਾ ਦਿੱਤੀ ਜਾਵੇ। ਅੱਛਾ, ਉਹਨਾਂ ਨਾਲ ਤੁਸੀਂ ਗੱਲ ਕੀਤੀ ਤਾਂ ਇਹਨਾਂ ਨੇ ਦੱਸਿਆ ਨਹੀਂ ਕਿ ਉਹਨੇ ਦੋਸਤ ਨੇ ਕਿ ਗਨਮੈਨਾਂ ਨੂੰ ਕਿਉਂ ਨਹੀਂ ਨਾਲ ਲੈ ਕੇ ਗਏ? ਉਹੀ ਨਾ ਥਾਰ ਦੀ, ਹੋਰ ਕੋਈ ਗੱਲ ਨਹੀਂ। ਐਵੇਂ ਕਹਿ ਦਈਏ ਵੀ ਥਾਰ ਦੇ ਵਿੱਚ ਬੰਦੇ 4 ਬੈਠ ਹੀ ਨਹੀਂ ਸਕਦੇ। ਉਹ ਥਾਰ ਨਹੀਂ, ਇੱਕ ਗੇੜੀ ਟਾਈਪ। ਅਤੇ ਨਾ ਹੀ ਉਹਨੂੰ ਇਹ ਸੀ ਵੀ ਉਹਨੇ ਮਾਸੀ ਦੇ ਜਾਣਾ। ਇੱਕ ਤਾਂ ਹੁੰਦਾ ਨਾ ਵੀ ਮੈਂ ਦੁਬਾਰੇ ਫੇਰ ਕਹਿੰਦਾ ਵੀ ਰੂਟੀਨ 'ਚ ਨਹੀਂ ਹੁੰਦਾ, ਜਿਵੇਂ ਉਹਨੂੰ ਲੱਗਦਾ ਸੀ ਵੀ ਖੇਤ ਗੇੜਾ ਮਾਰ ਕੇ ਆਉਣਾ, ਵੀ ਹੁਣ ਆ ਗਏ 3 ਮਿੰਟ 'ਚ ਆ ਗਏ, 2 ਮਿੰਟ 'ਚ ਆ ਗਏ। ਪਰ ਜਦੋਂ ਕਹਿੰਦੇ ਹੁਣ ਹੀ ਆ ਜਾਏ ਤਾਂ ਫਿਰ ਗੱਲ ਦਿਮਾਗ 'ਚ ਨਹੀਂ ਆਉਂਦੀ। ਉਹ ਜਗ੍ਹਾ ਹੀ ਨਹੀਂ ਹੋਣ ਕਰਕੇ ਨਹੀਂ ਸੀ, ਹੋਰ ਕੋਈ ਇਸ਼ੂ ਨਹੀਂ ਸੀ ਕਿ ਉਹ ਨਾ ਲੈ ਕੇ ਜਾਂਦਾ ਗਨਮੈਨ ਨੂੰ। ਆਖਰੀ ਸਵਾਲ ਹੈ, ਤੁਹਾਡੀ ਲਾਸਟ ਗੱਲ ਸਿੱਧੂ ਮੂਸੇਵਾਲੇ ਨਾਲ ਕਦੋਂ ਹੋਈ ਹੈ? ਸਿੱਧੂ ਮੂਸੇਵਾਲੇ ਨਾਲ ਡੈਥ ਤੋਂ ਸਿਰਫ 5 ਕੁ ਦਿਨ ਪਹਿਲਾਂ ਫੋਨ 'ਤੇ ਗੱਲ ਹੋਈ ਸੀ। ਕੋਈ ਮੈਟਰ ਸੀ ਪਰਿਵਾਰਕ ਸਿੱਧੂ ਦਾ। ਉਹ ਮੇਰੇ ਕੋਲੇ ਬੰਦੇ ਜਾਣਦੇ ਸੀਗੇ, ਕੋਈ ਹੱਲ ਕਰਾਉਣਾ ਸੀ। ਅਸੀਂ ਬੈਠ ਕੇ ਮੈਨੂੰ ਕਹਿੰਦਾ ਬਾਈ, ਕਹਿੰਦਾ ਹੁੰਦਾ, ਕਹਿੰਦਾ ਯਾਰ ਬਾਈ ਨਵੇੜ, ਮੇਰੇ ਵਾਲਾ ਗੱਲ ਪਏ ਆ। ਮੈਂ ਕਿਹਾ ਬਾਈ ਤੈਨੂੰ ਕੋਈ ਨਾ ਲਾਂਭਾ ਨਹੀਂ ਆਉਣ ਦਿੰਦਾ। ਮੈਂ ਉਹਦੇ ਚੰਡੀਗੜ੍ਹ ਸੀਗਾ। ਫਿਰ ਮੈਂ ਇੱਕ ਦਿਨ ਦਿੱਲੀ ਸੀ, ਉਹਦੇ ਫੋਨ ਆਇਆ ਸੀ। ਮੈਂ ਕਿਹਾ ਵੀ ਕਰਾ ਦੂੰਗਾ, ਕੋਈ ਇਸ਼ੂ ਸੀਗਾ ਅਤੇ ਮੇਰੇ 'ਤੇ ਉਹ ਬੋਝ ਵੀ ਆ ਜਿਹੜਾ ਉਹਨੇ ਮੈਨੂੰ ਗੱਲ ਕਹੀ ਆ। ਅਤੇ ਮੈਂ ਜਦੋਂ ਉਹ ਆਪਣੇ ਵਿੱਚ ਨਹੀਂ ਰਹੇ ਤਾਂ ਜਦੋਂ ਤੁਹਾਨੂੰ ਸਭ ਤੋਂ ਪਹਿਲੀ ਵਾਰ ਪਤਾ ਲੱਗਿਆ ਖਬਰ ਦਾ, ਕੀ ਲੱਗਿਆ ਤੁਹਾਨੂੰ? ਮੈਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਇਆ ਸੀ ਅਤੇ ਆ ਕੇ ਘਰੇ ਰੁਕੇ ਹੀ ਸੀ। ਤਾਂ ਜਦੋਂ ਮੈਂ TV ਲਾਇਆ ਆ ਕੇ ਅਜੇ, ਤਾਂ ਇਹ ਸੀਗਾ ਵੀ ਸਿੱਧੂ 'ਤੇ ਅਟੈਕ ਹੋ ਗਿਆ। ਤਾਂ ਮੇਰੇ ਕੋਲ ਸੋਰਸ ਤੁਹਾਨੂੰ ਪਤਾ ਹੀ ਸੀਗਾ। ਮੈਂ ਪਹਿਲਾਂ ਪਤਾ ਕਰਨ ਲੱਗਿਆ, ਮੈਨੂੰ ਲੱਗਿਆ ਵੀ ਸਿੱਧੂ 'ਤੇ ਇਕੱਲਾ ਅਟੈਕ ਨਹੀਂ ਹੋ ਸਕਦਾ। ਸਿੱਧੂ 'ਤੇ ਅਟੈਕ ਤਾਂ ਮਤਲਬ ਕੋਈ ਵੱਡੀ ਵਾਰਦਾਤ ਆ। ਅਤੇ ਪਰ ਇੱਧਰ ਡਿਕਲੇਅਰ ਨਹੀਂ ਹੋਇਆ ਸੀ। ਮੈਨੂੰ ਤਾਂ ਨਾਲ ਹੀ ਦੱਸਤਾ ਸੀਗਾ ਵੀ ਉਹਦੀ ਉੱਥੇ ਹੀ ਡੈਥ ਹੋ ਗਈ। ਸਮਝ ਨਹੀਂ ਆਇਆ। ਮੈਂ ਜਾਣ ਲੱਗਿਆ ਤਾਂ ਉਦੋਂ ਬਾਅਦ ਫਿਰ ਖਬਰਾਂ ਹੋਰ ਫਲੈਸ਼ ਹੋਣ ਲੱਗ ਗਈਆਂ ਵੀ ਇਹਦੇ ਲਈ ਆਹ ਜ਼ਿੰਮੇਵਾਰ ਆ, ਇਹਦੇ ਲਈ ਆਹ ਜ਼ਿੰਮੇਵਾਰ ਆ। ਫਿਰ ਮੈਂ ਸਿਕਿਉਰਿਟੀ ਇਹਨਾਂ ਨੂੰ ਪੁੱਛਿਆ, SSP ਸਾਹਿਬ ਨੂੰ, ਇੰਟੈਲੀਜੈਂਸੀ ਨੂੰ। ਤਾਂ ਭਾਵੇਂ ਪਿੱਛੇ ਰਹਿ ਕੇ ਸਾਰਾ ਕੁਛ ਕੀਤਾ, ਜੇ ਸਾਹਮਣੇ ਆਉਂਦੇ ਸੀ ਤਾਂ ਉਦੋਂ ਇੱਕ ਵਾਰੀ ਹੁੰਦਾ ਵੀ ਜਜ਼ਬਾਤ ਨਹੀਂ ਭੜਕਾਏ ਜਾਂਦੇ ਯੂਥ ਦੇ। ਉਦੋਂ ਕੌਣ ਦੇਖਦਾ, ਕਿਸੇ ਨੇ ਕੀ ਪੁੱਛਣਾ ਸੀ ਵੀ ਗੁਰਪ੍ਰੀਤ ਦੀ ਤੁਹਾਡੇ ਨਾਲੋਂ ਵੱਧ ਆ, ਸਾਡੀ ਕਿੰਨੀ ਸਾਂਝ ਆ। ਉਦੋਂ ਕੁਛ ਗੱਲਾਂ ਹੋਰ ਹੁੰਦੀਆਂ। ਬਟ ਮੈਨੂੰ ਮਹਿਸੂਸ ਹੋਈ ਜਾਂਦਾ ਵੀ ਜਿਹੜਾ ਇਹਨਾਂ ਨੇ ਗੇਮ ਖੇਡੀ ਹੈ ਨਾ ਰਾਜਨੀਤੀ ਦੀ, ਇਹ ਨਹੀਂ ਖੇਡਣੀ ਚਾਹੀਦੀ ਸੀ। ਦੇਖੋ ਗਿਆ ਉਹ ਇਕੱਲਾ, ਉਹ ਕਿਸੇ ਇੱਕ ਪਾਰਟੀ ਦਾ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਸਪੂਤ ਸੀਗਾ। ਉਹ ਥੋੜ੍ਹਾ ਜਿਹਾ ਹੋਇਆ, ਜਿਸ ਕਰਕੇ ਮੈਨੂੰ ਹੋਇਆ ਵੀ ਉਸ ਦੀ ਚਿਤਾ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੀ। ਕਰੀ ਵੀ ਉਹਨਾਂ ਨੇ। ਅੱਜ ਮੈਂ ਬੋਲਣਾ ਨਹੀਂ ਚਾਹੁੰਦਾ। ਮੈਂ ਕਹਿੰਦਾ ਜਦੋਂ ਟਿਕਟ ਦਿੱਤੀ ਸੀ ਸਿੱਧੂ ਨੂੰ, ਉਦੋਂ ਅਕਾਲੀ ਦਲ ਦੇ ਪ੍ਰਧਾਨ ਦੀ ਸਟੇਟਮੈਂਟ ਪੜ੍ਹ ਲਓ। ਉਹਨੇ ਆਪ ਕਹਿ ਕੇ ਗੈਂਗਸਟਰ ਆ। ਅੱਜ ਤਾਂ ਘੁੰਮਦੀ ਫਿਰਦੀ ਆ, ਸਾਰੇ ਤੁਸੀਂ ਚੈਨਲਾਂ 'ਤੇ ਦੇਖ ਲਓ ਵੀ ਇਹ ਗੈਂਗਸਟਰ ਆ, ਇਹ ਐਂ ਕਰਦਾ, ਇਹ ਐਂ ਕਰਦਾ, ਇਹ ਕਤਲਾਂ 'ਚ ਆ। ਅਤੇ BJP ਕਹਿੰਦੀ ਸੀ ਜਿਹੜੀ ਅੱਜ ਮੈਮੋਰੈਂਡਮ ਦਿੰਦੀ ਫਿਰਦੀ, ਇਹ ਤਾਂ ਖਾਲਸਤਾਨੀ ਆ। ਇਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸਪੋਰਟ ਕਰਦਾ ਗਾ। ਇਹਦੇ ਟਰੈਕਟਰ 'ਤੇ ਫੋਟੋ ਭਿੰਡਰਾਂ ਵਾਲੇ ਦੀ ਲੱਗੀ ਵੀ ਆ। ਉਦੋਂ ਆਹ ਗੱਲਾਂ ਕਰਨ ਵਾਲੇ ਅਤੇ ਅੱਜ ਕਿਵੇਂ ਬਦਲ ਗਏ। ਅਤੇ ਜਦੋਂ ਕਾਂਗਰਸ ਨੇ ਟਿਕਟ ਦਿੱਤੀ ਸੀ ਮਾਨਸਾ ਤੋਂ, ਤਾਂ ਜਿਹੜੇ ਇੱਥੋਂ ਦੇ ਆਗੂ ਸੀ ਉਹਨਾਂ ਦੇ ਬਿਆਨ ਦੇਖ ਲਿਓ ਕਿਵੇਂ ਬੋਲਦੇ ਕਿ ਸਾਡੇ 'ਤੇ ਥੋਪ ਤਾ, ਇਹਦੀ ਕੀ ਦੇਣ ਆ, ਇਹਦਾ ਕੀ ਆ, ਇਹਨੂੰ ਤਾਂ ਕੀ ਆ, ਸਾਨੂੰ ਮਾਰਤਾ। ਅੱਜ ਉਹੀ ਮੈਂ ਕਹਿੰਦਾ ਜਿਹੜੀਆਂ ਇਹ ਗੱਲਾਂ ਕਰਨ ਵਾਲੇ ਆ, ਅੱਜ ਜਦੋਂ ਸਿੱਧੂ ਸਾਡੇ 'ਚ ਨਹੀਂ ਰਿਹਾ, ਅੱਜ ਉਹਦੀ ਚਿਤਾ 'ਤੇ ਰਾਜਨੀਤੀ ਕਰ ਰਿਹਾ। ਅੱਜ ਉਹ ਸਾਰੇ ਚੰਗਾ ਕਹਿ ਰਿਹਾ। ਇਹ ਡਬਲ ਗੇਮ, ਲੋਕ ਤਾਂ ਸਮਝਦੇ ਆ ਡਬਲ ਚਿਹਰਾ। ਇਹ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੀ। ਇੱਕ ਜਿਹੜਾ ਅਸਲੇ ਨੂੰ ਗੱਲ ਹੋਈ ਹੈ ਕਿ AK-47 ਜਾਂ 94 ਸੀ, ਐਡਾ ਹਾਈਟੈਕ ਹਥਿਆਰ ਜਿਹੜਾ ਹੈ, ਹਾਲਾਂਕਿ ਜੇ ਗੱਲ ਕਰੀਏ ਉਹ ਇੰਨੀ ਈਜ਼ੀਲੀ, ਤਾਂ ਜੇ ਗੱਲ ਕਰੀਏ ਆਪਣੀ ਪੁਲਿਸ ਫੋਰਸ ਕੋਲ ਵੀ ਨਹੀਂ ਇੰਨੀ ਈਜ਼ੀਲੀ ਆਉਂਦਾ, ਅਤੇ ਉਹ ਕਿਵੇਂ ਆਉਣ ਜਾਂ ਉਹਦਾ ਆਉਣਾ ਪੰਜਾਬ ਦੇ ਵਿੱਚ, ਇਹ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਕੋਈ ਕਮੀ ਮੰਨਦੇ ਹੋ ਤੁਸੀਂ? ਮੈਂ ਕਹਿੰਦਾ ਵੀ ਦੇਖੋ, ਚਿੰਤਾ ਦਾ ਵਿਸ਼ਾ 2-3 ਗੱਲਾਂ ਨੇ। ਇੱਕ ਤਾਂ ਜਿਹੜੀ ਡਰੋਨ ਦੇ ਨਾਲ, ਬਾਰਡਰ ਦੇ ਉੱਤੇ ਡਰੋਨ ਦੇ ਨਾਲ ਹੁਣ ਅਸਲਾ ਆ ਰਿਹਾ ਜਾਂ ਨਸ਼ਾ ਆ ਰਿਹਾ, ਇਹ ਬਹੁਤ ਵੱਡੀ ਸਾਡੇ ਲਈ ਚਿੰਤਾ ਗਈ ਵੀ ਡਰੋਨ ਦੇ ਨਾਲ ਇੰਨੇ ਅਸਲੇ ਆ ਰਹੇ ਆ। ਇੱਥੋਂ ਤੱਕ ਕਿ ਰੋਕਟ ਲਾਂਚਰ ਵੀ ਡਰੋਨ ਦੇ ਨਾਲ ਆ ਗਿਆ। ਦੂਜਾ ਸਭ ਤੋਂ ਵੱਡੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੇ ਅੱਜ ਕੱਲ੍ਹ ਜਿਹੜਾ ਇੰਟਰਕਨੈਕਸ਼ਨ ਹੋ ਗਿਆ। ਦੇਖੋ ਤਿਹਾੜ ਜੇਲ੍ਹ 'ਚ, ਫਿਰੋਜ਼ਪੁਰ ਜੇਲ੍ਹ 'ਚ, ਕਿਤੇ ਵੀ ਕੋਈ ਜੇਲ੍ਹ 'ਚ ਬੈਠਾ, ਹਰਿਆਣੇ 'ਚ ਬੈਠਾ, ਇਹਨਾਂ ਦੇ ਆਪਸੀ ਸੰਪਰਕ ਨੈਕਸਸ ਕਿੱਡਾ ਵੱਧ ਗਿਆ। ਦੂਜਾ ਇੰਟਰਨੈਸ਼ਨਲ ਕਨੈਕਸ਼ਨ, ਉੱਥੋਂ ਬੈਠੇ ਕੰਮ ਕਰੀ ਜਾਂਦੇ ਆ। ਇਹਦੇ ਲਈ ਇਕੱਲੀ ਪੰਜਾਬ ਸਰਕਾਰ ਨਹੀਂ, ਮੈਂ ਕਹਿੰਦਾ ਸੈਂਟਰ ਦੀਆਂ ਏਜੰਸੀਆਂ, ਚਾਹੇ CBI ਆ, ਭਾਵੇਂ ਨੈਸ਼ਨਲ ਸਿਕਿਉਰਿਟੀ ਵਾਲੇ ਆ, ਇਹ ਸਾਰੀ ਇੱਕ ਮੀਟਿੰਗ ਕਰਕੇ, ਆਲ ਸਟੇਟ ਦੀ ਮੀਟਿੰਗ ਕਰਕੇ ਸਿਕਿਉਰਿਟੀ ਏਜੰਸੀਆਂ ਨੂੰ ਇਹਨੂੰ ਚੈਲੰਜ ਲੈਣਾ ਚਾਹੀਦਾ। ਇਹ ਹੁਣ ਇੱਕ ਸਟੇਟ ਨਹੀਂ, ਇਹ ਇੰਟਰ ਸਟੇਟ ਅਤੇ ਇੰਟਰਨੈਸ਼ਨਲ ਇਸ਼ੂ। ਇਹਦੀਆਂ ਤਾਰਾਂ ਦੇਖੋ ਕਿੱਥੋਂ ਕਿੱਥੋਂ ਤੱਕ ਜੁੜਦੀਆਂ। ਇਸੇ ਕਰਕੇ ਏਡੇ ਏਡੇ ਖਤਰਨਾਕ ਹਥਿਆਰ ਆ ਰਹੇ ਆ। ਅਤੇ ਪੰਜਾਬ ਤਾਂ ਬਾਰਡਰ ਸਟੇਟ ਆ, ਸਾਨੂੰ ਹਾਈ ਅਲਰਟ ਵੀ ਰਹਿਣਾ ਪਊਗਾ
ਤੇ ਸਾਨੂੰ ਸੈਂਟਰ ਦੀਆਂ ਏਜੰਸੀਆਂ ਜਿੰਨੀਆਂ ਹੈਗੀਆਂ ਉਹਨਾਂ ਨੂੰ ਵੀ ਪੰਜਾਬ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਫੈਸਲੇ ਲੈਣੇ ਪੈਣਗੇ। ਦੁਬਾਰੇ ਫੇਰ ਕਹਿੰਦਾ ਮੈਂ ਜਿਹੜੇ ਵੀ ਇਸ ਲੀਹ 'ਤੇ ਤੁਰੇ ਵੇ ਆ, ਅੱਜ ਮੈਂ ਕਹਿੰਦਾ ਕਿ ਦਵਿੰਦਰ ਬਵੀਹਾਗਾ ਉਹਦੀ ਮਾਂ ਨੂੰ ਜਾ ਕੇ ਪੁੱਛੋ, ਸ਼ੇਰਾ ਕੁੰਭਣਾ ਉਹਦੀ ਮਾਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਦੇ ਨਾਂ ਬਣੇ ਵੇ ਸੀ ਅੱਜ ਤੁਰ ਗਏ, ਕਿੰਨੇ ਕਿੱਡੇ ਨਾਂ ਸੀ ਉਹਨਾਂ ਦੇ। ਜੇ ਤੁਸੀਂ ਪਰਿਵਾਰਾਂ ਵੱਲ ਵੇਖੋਗੇ ਤਾਂ ਰੋਣਾ ਆਉਂਦਾ। ਤੇ ਜਿਹੜੇ ਅੱਜ ਬੈਠੇ ਆ ਉਹਨਾਂ ਨੂੰ ਕਹਿਣਾ ਤੁਸੀਂ ਸਿੱਧੂ ਦੇ ਪਰਿਵਾਰ ਵੱਲ ਤਾਂ ਨਹੀਂ ਵੇਖਿਆ, ਆਪਦੇ ਪਰਿਵਾਰਾਂ ਨੂੰ ਵੇਖ ਕੇ ਇਤਿਹਾਸ ਛੱਡ ਕੇ ਇਸ ਗੱਲ ਨੂੰ ਛੱਡ ਦਿਓ, ਨਾ ਮਾਰੋ ਆਪਸ ਦੇ ਵਿੱਚ, ਨੌਜਵਾਨੀ ਦਾ ਘਾਣ ਨਾ ਕਰੋ। ਫੋਨਾਂ ਨੂੰ ਵੀ ਲੈ ਕੇ ਕਿਉਂਕਿ ਕੰਨ 'ਚ, ਕਿਉਂਕਿ ਪਿਛਲੀ ਜੇ ਦੇਖਿਆ ਜਾਵੇ ਤਾਂ ਸਾਰੇ ਇੰਸੀਡੈਂਟਸ ਫੋਨਾਂ 'ਤੇ ਹੀ ਘੁੰਮਿਆ। ਲਾਰੈਂਸ ਫੋਨ ਕਰਦੇ ਨੇ, ਜਿਹੜੇ ਦੱਸਦੇ ਨੇ ਜਾਣਕਾਰੀ ਆਉਂਦੀ ਹੈ ਤਾਂ ਫੋਨਾਂ 'ਤੇ ਜਿਹੜਾ ਸਾਰਾ ਪੂਰਾ ਜਿਹੜਾ ਸਟਿੰਗ ਚੱਲਿਆ ਗਾ। ਬਿਲਕੁਲ ਮੈਂ ਹੀ ਕਹਿੰਦਾ ਵੀ ਇਸ ਲਈ ਸਾਰੀਆਂ ਏਜੰਸੀਆਂ ਨੂੰ ਅਲਰਟ ਹੋਣਾ ਪਊਗਾ, ਸਾਰਿਆਂ ਨੂੰ ਹੀ ਕੰਮ ਕਰਨਾ ਪਊਗਾ। ਇੱਥੇ ਹੁਣ ਇੱਕ ਏਜੰਸੀ ਨਹੀਂ ਕੰਮ ਕਰ ਸਕਦੀ। ਜਿਹੜਾ ਇਹ ਸੋਸ਼ਲ ਮੀਡੀਆ ਆ ਗਿਆ, ਨੈਟਵਰਕ ਆ ਗਿਆ, ਇਹਨੇ ਬੜੇ ਟਾਰਗੇਟ ਈਜੀ ਕਰਤੇ। ਕੋਈ ਕਿਤੇ ਬੈਠਾ ਕਿਤੇ ਦੀ ਰੇਕੀ ਕਰ ਸਕਦਾ, ਕਿਤੇ ਬੈਠਾ ਕਿਸੇ ਦੀ ਜਾਣਕਾਰੀ ਦੇ ਸਕਦਾ। ਇੱਕ ਐਪਾਂ ਇੰਨੀਆਂ ਆ ਗਈਆਂ, ਐਪਸ ਕਿਹੜੀ ਯੂਜ ਕਰਦੇ ਨੇ, ਕੁਛ ਆਉਂਦੀਆਂ ਹੀ ਨਹੀਂ ਗੀਆਂ। ਜਿਹੜੀ ਕਾਲ ਆ ਉਹ ਤਾਂ ਆ ਜਾਂਦੀ ਹੈਗੀ, ਇਹਦੇ ਵਿੱਚ ਸਾਈਬਰ ਕ੍ਰਾਈਮ ਦੇ ਫੜ ਲੈਂਦੇ ਆ। ਹੁਣ ਕੋਈ ਸਿਗਨਲ 'ਤੇ ਕਹਿੰਦੇ ਕਾਲ ਹੋ ਰਹੀ ਸੀ, ਕੋਈ ਕਿਸੇ ਦੇ ਕੋਈ ਆਪਾਂ ਐਪ ਇਹੋ ਜਿਹੀ ਜਾਣਦੇ ਨਹੀਂ ਜਿਹੜੇ ਯੂਜ ਕਰੀ ਜਾਂਦੇ ਆ। ਸੋ ਆਪਾਂ ਨੂੰ ਥੋੜ੍ਹਾ ਜਿਹਾ ਸਾਈਬਰ ਸੈੱਲ ਨੂੰ ਵੀ ਸਾਰੀਆਂ ਸਟੇਟਾਂ ਨੂੰ ਥੋੜ੍ਹਾ ਜਿਹਾ ਹੋਰ ਇਹਨੂੰ ਤਕੜਾ ਕਰਨਾ ਪਊਗਾ। ਜਿਹੜੇ ਨਵੇਂ ਔਜ਼ਾਰ ਆ, ਨਵੀਂ ਟੈਕਨੀਕ ਆ, ਸਾਈਬਰ ਸੈੱਲ ਨੂੰ ਵੀ ਦੇਣੀ ਪਊ, ਕਿਉਂਕਿ ਇਹਨਾਂ ਕੋਲ ਬੜੀ ਤਕਨੀਕ ਆ ਚੁੱਕੀ ਆ, ਬੜੇ ਇਹ ਅਲਰਟ ਹੋ ਚੁੱਕੇ ਨੇ। ਉਸ ਦੇ ਮੁਕਾਬਲੇ ਦੇ ਸਾਨੂੰ ਸਾਈਬਰ ਸਾਡਾ ਸੈੱਲ ਆ ਉਹ ਵੀ ਕਾਇਮ ਕਰਨਾ ਪਊਗਾ। ਸੀਐਮ ਮਾਨ ਆਉਣਗੇ ਮੂਸੇ ਪਿੰਡ? ਮੈਂ ਦੱਸ ਨਹੀਂ ਸਕਦਾ ਕਿਉਂਕਿ ਕੁਛ ਹੈਗਾ, ਬਿਲਕੁਲ ਆਉਣਗੇ। ਬਹੁਤ ਬਹੁਤ ਸ਼ੁਕਰੀਆ। ਪਰਿਵਾਰ ਸਾਡਾ ਆਪਦਾ ਗਾ, ਸਿੱਧੂ ਮੂਸੇ ਵਾਲਾ ਕਿਸੇ ਇੱਕ ਦਾ ਨਹੀਂ ਸੀ। ਸਭ ਤੋਂ ਵੱਧ ਦੁੱਖ ਸਾਨੂੰ ਆ, ਸਾਡਾ ਇੱਕ ਭਰਾ ਪੰਜਾਬ ਦਾ ਨਾਂ ਚਮਕਾਉਣ ਵਾਲਾ ਵਰਲਡ 'ਤੇ, ਜੋ ਪੰਜਾਬੀ ਵੀ ਨਹੀਂ ਜਾਣਦੇ, ਇਹਦੇ ਮਿਊਜ਼ਿਕ 'ਤੇ ਨੱਚਦੇ ਸੀ, ਅਤੇ ਸਿੱਧੂ ਮੂਸੇ ਵਾਲਾ ਨਾਂ ਮੁੜ ਕੇ ਆਉਣਾ, ਨਾ ਇਹੋ ਜਿਹਾ ਕੋਈ ਜੰਮਣਾ। ਦੁੱਖ ਸਾਨੂੰ ਬਹੁਤ ਆ, ਪਰ ਉਹਦੇ ਲਈ ਸੱਚੀ ਸ਼ਰਧਾਂਜਲੀ ਸਾਡੇ ਵੱਲੋਂ ਇਹੀ ਹੋਊਗੀ ਕਿ ਉਹਦੇ ਕਾਤਲਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਈਏ ਅਤੇ ਬਣਦੀ ਸਜ਼ਾ ਦੇਈਏ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਸਦੂਗੜ੍ਹ ਹਲਕਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਜੀ, ਜੋ ਕਿ ਹਾਲ ਹੀ ਦੇ ਵਿੱਚ ਡੀਐਮਸੀ ਤੋਂ ਆਏ ਨੇ। ਸਿੱਧੂ ਮੂਸੇਵਾਲੇ ਦੇ ਨਾਲ ਜੋ ਦੋ ਸਾਥੀ ਬਚੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਨੇ। ਬੜੀ ਖੁੱਲ੍ਹ ਕੇ ਜਿਹੜੀ ਉਹਨਾਂ ਨੇ ਸਾਰਾ ਇੰਸੀਡੈਂਟਸ ਬਾਰੇ ਦੱਸਿਆ।